ਸਿੱਖਾ ਪੁੱਤਰਾ ਭੂਪ ਕੈ ਸਭ ਅਮਤ ਵੇਖੋ ਜੇ ਕੀਓ ਨ ਜਾਨ ਸਦੋਸ ਦਾ ਲਹਿਣਾ ਟਿਕਿਓ ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਚਰਨਾਂ ਦੀ ਛੋਹ ਨਾਲ ਪਾਵਨ ਹੋਈ ਧਰਤੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਗਤ ਗੁਰੂ ਜੀ ਦਾ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਗਰੀਬ ਨਵਾਜ ਸਾਹਿਬ ਜੀ ਕੀ ਅੰਮ੍ਰਿਤ ਬਾਣੀ, ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਟਹਿਲ ਸੇਵਾ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਸਾਧ ਸੰਗਤ ਜੀ, ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕਰਦਿਆਂ ਹੋਇਆਂ ਕਿਰਪਾ ਕੀਤੀ ਹੈ। ਲੜੀਵਾਰ ਰੂਪ ਦੇ ਵਿੱਚ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਰਾਏ ਬਲਵੰਡ ਜੀ ਭਾਈ ਸੱਤਾ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ 8 ਪੌੜੀਆਂ ਦੀ ਜੋ ਵਾਰ ਹੈ, ਜਿਸ ਦੀਆਂ ਸਾਧ ਸੰਗਤ ਜੀ ਗੁਰੂ ਕੀ ਕਿਰਪਾ ਦੇ ਨਾਲ ਇਹ ਚੌਥੀ ਪੌੜੀ ਦੀ ਵਿਚਾਰ ਅੱਜ ਹੋਵੇਗੀ। ਜਿਵੇਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਹਨ, ਤਿੰਨਾਂ ਪੌੜੀਆਂ ਦੀ ਵਿਚਾਰ ਪਿਛੇ ਹੋਈ ਹੈ, ਸੋ ਚੌਥੀ ਪੌੜੀ ਦੀ ਵਿਚਾਰ ਔਰ ਪੰਜਵੀਂ ਪੌੜੀ ਦੀ ਵਿਚਾਰ, ਦੋਵਾਂ ਪੌੜੀਆਂ ਦੀ ਵਿਚਾਰ ਗੁਰੂ ਕੀ ਕਿਰਪਾ ਦੇ ਨਾਲ ਅੱਜ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸ਼ਰਧਾ ਭਾਵਨਾ ਸਹਿਤ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਰਿਓ ਗੰਗ ਵਾਈਐ। ਗੁਰੂ ਘਰ ਦੇ ਰਬਾਬੀ ਮਹਾਰਾਜ ਸਾਹਿਬ ਜੀ ਦਾ ਜਸ ਕਰਦਿਆਂ ਹੋਇਆਂ ਉਚਾਰਨ ਕਰਦੇ ਹਨ ਕਿ ਹੋਰਿਓ ਗੰਗ ਵਹਾਈ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰ ਹੀ ਪਾਸੇ ਗੰਗਾ ਵਗਾ ਦਿੱਤੀ ਹੈ, ਉਲਟੀ ਗੰਗਾ ਹੀ ਵਹਾ ਦਿੱਤੀ ਹੈ। ਗਰੀਬ ਨਵਾਜ ਸਾਹਿਬ ਜੀ ਨੇ ਭਾਵ ਆਪਣੇ ਪੁੱਤਰਾਂ ਨੂੰ ਛੱਡ ਕਰਕੇ ਆਪਣੇ ਸੇਵਕ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਇਹ ਹੋਰ ਪਾਸੇ ਨੂੰ ਗੰਗਾ ਦਾ ਵਹਿਣ ਕਰ ਦਿੱਤਾ ਹੈ, ਗੰਗਾ ਵਗਾ ਦਿੱਤੀ ਹੈ। ਕਿ ਆਮ ਸੰਸਾਰ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਚੱਲਦਾ ਹੈ ਕਿ ਮਾਪੇ ਆਪਣੇ ਪੁੱਤਰਾਂ ਬਾਰੇ ਹੀ ਸੋਚਦੇ ਹਨ। ਪਿਤਾ ਆਪਣੀ ਜਾਇਦਾਦ, ਆਪਣੀ ਦੌਲਤ, ਆਪਣਾ ਖਜ਼ਾਨਾ ਆਪਣੇ ਪੁੱਤਰਾਂ ਨੂੰ ਹੀ ਦਿੰਦਾ ਹੈ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰਿਓ ਗੰਗ ਵਹਾਈ ਹੈ, ਹੋਰ ਹੀ ਪਾਸੇ ਗੰਗਾ ਜਿਹੜੀ ਹੈ ਉਹ ਵਗਾ ਦਿੱਤੀ ਹੈ। ਆਪਣੇ ਪੁੱਤਰਾਂ ਨੂੰ ਛੱਡ ਕਰਕੇ ਆਪਣੇ ਸੇਵਕ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ ਦਿੱਤਾ। ਇਹ ਹੋਰ ਹੀ ਗੰਗਾ ਮਹਾਰਾਜ ਸਾਹਿਬ ਜੀ ਨੇ ਉਲਟੇ ਪਾਸੇ ਦੀ ਗੰਗਾ ਵਗਾ ਦਿੱਤੀ ਹੈ। ਸੰਸਾਰ ਦੇ ਨਾਲੋਂ ਭਾਵ ਜਿਸ ਤਰ੍ਹਾਂ ਸੰਸਾਰ ਦੀ ਰੀਤੀ ਹੈ ਉਹਦੇ ਨਾਲੋਂ ਵੱਖਰੀ ਰੀਤੀ ਮਰਿਆਦਾ ਗੁਰੂ ਜੀ ਨੇ ਕੀਤੀ ਹੈ। ਇਸੇ ਤਰ੍ਹਾਂ ਹੋਰਿਓ ਗੰਗ ਵਹਾਈ ਹੈ ਵੀ ਸੰਸਾਰ ਦੀ ਰੀਤੀ ਤਾਂ ਇਹੀ ਚੱਲੀ ਆਉਂਦੀ ਸੀ ਲੈ ਕਰਕੇ ਜੁਗਾਂ ਜੁਗੰਤਰਾਂ ਤੋਂ ਕਿ ਸੇਵਕ ਹੀ ਆਪਣੇ ਗੁਰੂ ਨੂੰ ਨਮਸਕਾਰ ਕਰਿਆ ਕਰਦੇ, ਚੇਲੇ ਹੀ ਆਪਣੇ ਗੁਰੂ ਨੂੰ ਮੱਥਾ ਟੇਕਦੇ, ਨਮਸਕਾਰ ਕਰਦੇ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰ ਹੀ ਗੰਗਾ ਉਲਟੀ ਵਗਾ ਦਿੱਤੀ ਹੈ।
ਜਗਤ ਦੇ ਸਤਿਗੁਰੂ ਹੁੰਦਿਆਂ ਆਪਣੇ ਸੇਵਕ ਦੇ ਚਰਨੀ ਨਮਸਕਾਰ ਕਰਕੇ ਗੁਰਿਆਈ ਦਾ ਤਖਤ ਦਿੰਦਿਆਂ ਹੋਇਆਂ ਆਪ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ ਆਪਣੇ ਚੇਲੇ ਨੂੰ। ਗੋਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਿੱਤੋ ਸਜੀਵਦਾ। ਇਹ ਹੋਰ ਹੀ ਗੰਗਾ ਮਹਾਰਾਜ ਨੇ ਵਗਾ ਦਿੱਤੀ ਹੈ। ਦੁਨੀਆ ਹੈਰਾਨ ਹੋਈ ਪਈ ਹੈ ਵੀ ਅੱਜ ਤੀਕ ਤਾਂ ਸੇਵਕ ਹੀ ਗੁਰੂ ਸਾਹਿਬ ਜੀ ਦੇ ਚਰਨੀ ਮੱਥਾ ਟੇਕਦੇ ਸਨ, ਅੱਜ ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤੀ। ਇਹ ਹੋਰ ਹੀ ਗੰਗਾ ਗੁਰੂ ਸਾਹਿਬ ਜੀ ਨੇ ਵਗਾ ਦਿੱਤੀ ਹੈ। ਔਰ ਜਿਨ੍ਹਾਂ ਸਤਿਗੁਰਾਂ ਦੇ ਅੱਗੇ ਸਾਰਾ ਸੰਸਾਰ ਝੁਕਿਆ, ਚੜ੍ਹਦੇ ਲਹਿੰਦੇ ਦੱਖਣ ਪਹਾੜ, ਚੌਹਾਂ ਚੱਕਾਂ ਦੇ ਵਿੱਚ, ਨੌਹਾਂ ਖੰਡਾਂ ਦੀ ਸਾਰੀ ਧਰਤੀ ਤੇ ਰੂਹਾਨੀ ਤਾਕਤਾਂ ਵਾਲੇ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੇ ਝੁਕੇ, ਜਿਸਮਾਨੀ ਤਾਕਤਾਂ ਵਾਲੇ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਝੁਕੇ, ਹੋਰ ਵੀ ਰਾਜੇ ਮਹਾਰਾਜੇ ਵੀ ਮਹਾਰਾਜ ਸਾਹਿਬ ਦੇ ਚਰਨਾਂ ਤੇ ਝੁਕੇ, ਸਿੱਧ ਪੀਰ ਜੋਗੀ ਵਾਲੀ ਸਾਰੇ ਮਹਾਰਾਜ ਸਾਹਿਬ ਦੇ ਚਰਨਾਂ ਤੇ ਝੁਕੇ। ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦੇ ਚਰਨਾਂ ਤੇ ਸਾਰਾ ਸੰਸਾਰ ਝੁਕਿਆ, ਉਹਨਾਂ ਨੇ ਹੋਰਿਓਂ ਗੰਗ ਵਹਾਈ ਹੈ, ਹੋਰ ਹੀ ਗੰਗਾ ਉਲਟੀ ਗੰਗਾ ਵਗਾ ਦਿੱਤੀ ਹੈ, ਆਪਣੇ ਸੇਵਕ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਗੇ ਸਾਰੀ ਸ੍ਰਿਸ਼ਟੀ ਝੁਕੀ ਹੈ, ਉਹ ਆਪਣੇ ਸੇਵਕ ਦੇ ਅੱਗੇ ਝੁਕ ਗਏ, ਆਪਣੇ ਸੇਵਕ ਦੇ ਅੰਦਰ ਆਪਣੀ ਜੋਤ ਟਿਕਾ ਕੇ ਆਪ 5 ਪੈਸੇ ਨਾਲੀਏਰ ਲੈ ਕੇ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਇਹ ਹੋਰ ਹੀ ਗੰਗਾ ਗੁਰੂ ਸਾਹਿਬ ਜੀ ਨੇ ਵਗਾ ਦਿੱਤੀ ਹੈ। ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤੀ। ਆਪ ਹੀ ਗੁਰੂ ਰੂਪ ਤੇ ਆਪ ਹੀ ਚੇਲਾ ਰੂਪ ਹੋ ਗਏ ਹਨ ਮਹਾਰਾਜ ਸਾਹਿਬ ਜੀ। ਆਪੇ ਗੁਰ ਚੇਲਾ ਹੈ, ਆਪੇ ਹਰ ਪ੍ਰਭ ਚੋਜ ਵਿਡਾਣੀ। ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਵਰ ਸਭ ਤਿਆਗੋਹਾ ਹਰ ਭਾਨੀ। ਐਸੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਅੱਗੇ ਸਾਧ ਸੰਗਤ ਜੀ ਸਾਰਾ ਸੰਸਾਰ ਝੁਕਿਆ। ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਮਾਇਆ, ਜਿੱਤੀ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ ਚਿਤ ਗੁਪਤ ਸਭ ਚਰਨੀ ਲਾਇਆ। ਇੰਦਰਾਸਨੇ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਕਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਜਿਨ੍ਹਾਂ ਦੇ ਅੱਗੇ ਮੱਕੇ ਵਾਲੇ ਵੀ ਝੁਕੇ, ਜਿਨ੍ਹਾਂ ਦੇ ਅੱਗੇ ਹਰਿਦੁਆਰ ਵਾਲੇ ਵੀ ਝੁਕੇ, ਜਿਨ੍ਹਾਂ ਦੇ ਅੱਗੇ ਜਗਨਨਾਥਪੁਰੀ ਵਾਲੇ ਵੀ ਝੁਕੇ, ਜਿਨ੍ਹਾਂ ਦੇ ਅੱਗੇ ਕਾਂਸ਼ੀ ਵਾਲੇ ਵੀ ਝੁਕੇ, ਸਭ ਪੀਰ ਪੈਗੰਬਰ ਜਿਨ੍ਹਾਂ ਦੇ ਅੱਗੇ ਝੁਕੇ, ਦੇਵੀ ਦੇਵਤੇ ਜਿਨ੍ਹਾਂ ਦੇ ਅੱਗੇ ਝੁਕੇ, ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰਿਓਂ ਗੰਗ ਵਹਾਈ, ਹੋਰ ਹੀ ਉਲਟੀ ਗੰਗਾ ਵਗਾ ਦਿੱਤੀ, ਆਪਣੇ ਸੇਵਕ ਦੇ ਅੱਗੇ ਨਮਸਕਾਰ ਕਰ ਦਿੱਤੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰਿਓਂ ਗੰਗ ਵਹਾਈ ਹੈ। ਸੰਸਾਰ ਦੇ ਵਿੱਚ ਐਸੀ ਰਹੁ ਰੀਤ ਸੀ ਵੀ ਜਿਸ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਕਹਿੰਦੇ ਸੀ ਵੀ ਉਹਨੂੰ ਗ੍ਰਸਤ ਛੱਡਣਾ ਪਵੇਗਾ, ਉਹਨੂੰ ਪਰਿਵਾਰ ਛੱਡਣਾ ਪਵੇਗਾ, ਉਹਨੂੰ ਬੱਚੇ ਧੀਆਂ ਪੁੱਤ ਆਪਣਾ ਘਰ ਘਾਟ ਸਭ ਕੁਝ ਛੱਡ ਕਰਕੇ ਤੇ ਜੰਗਲਾਂ ਦੇ ਵਿੱਚ ਆਉਣਾ ਪਵੇਗਾ, ਜੰਗਲਾਂ 'ਚ ਜਾਣਾ ਪਵੇਗਾ। ਸੋ ਇਸੇ ਤਰ੍ਹਾਂ ਵੱਖ-ਵੱਖ ਮਤ ਮਤੰਤਰ ਸੰਸਾਰ ਦੇ ਵਿੱਚ ਚੱਲੇ। ਕਿਸੇ ਨੇ ਕੇਸਾਂ ਦੀਆਂ ਜੜਾਵਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਸੇ ਨੇ ਕੰਨ ਪਾੜ ਕਰਕੇ ਕੰਨਾਂ 'ਚ ਮੁੰਦਰਾਂ ਪਾਉਣੀਆਂ ਆਰੰਭ ਕਰ ਦਿੱਤੀਆਂ, ਔਰ ਕਿਸੇ ਨੇ ਸਾਬਤ ਸੂਰਤ ਵਿਗਾੜ ਦਿੱਤੀ, ਕਿਸੇ ਨੇ ਕਿਸੇ ਤਰੀਕੇ ਦੇ ਨਾਲ ਤੇ ਘਰ ਛਡਾ ਕਰਕੇ ਤੇ ਜੰਗਲਾਂ ਵਿੱਚ ਆਓਗੇ ਤੇ ਫਿਰ ਕਹਿੰਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹ ਜੋ ਚੱਲੀਆਂ ਆਉਂਦੀਆਂ ਰੋਹ ਰੀਤਾਂ ਸੀ ਨਾ, ਉਹਦੇ ਨਾਲੋਂ ਹੋਰਿਓਂ ਗੰਗ ਵਹਾਈ ਹੈ, ਉਲਟੀ ਗੰਗਾ ਹੀ ਵਗਾਈ। ਮਹਾਰਾਜ ਕਹਿੰਦੇ ਨਹੀਂ ਘਰ ਛੱਡਣ ਦੀ ਲੋੜ ਨਹੀਂ, ਕਿਉਂਕਿ ਘਰ ਛੱਡ ਕਰਕੇ ਵੱਖ-ਵੱਖ ਮਤ ਜਿਹੜੇ ਸੀ ਉਹ ਸੰਸਾਰ ਵਿੱਚ ਬਣੇ ਹੋਏ ਸੀ, ਫੈਲੇ ਹੋਏ ਸੀ। ਕੋਈ ਜੜਾਵਾਂ ਵਾਲਾ, ਕੋਈ ਧੋਤੀ ਵਾਲਾ, ਕੋਈ ਬੋਦੀ ਵਾਲਾ, ਕੋਈ ਲਗੋਟੀ ਵਾਲਾ, ਕੋਈ ਚਿੱਪੀ ਵਾਲਾ, ਕੋਈ ਸੋਟੇ ਵਾਲਾ, ਤੋਂ ਵੱਖ-ਵੱਖ ਤਰ੍ਹਾਂ ਦੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਨਹੀਂ ਭਾਈ, ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਘਰ ਛੱਡਣ ਦੀ ਕੋਈ ਲੋੜ ਨਹੀਂ ਹੈ, ਗ੍ਰਸਤ ਛੱਡਣ ਦੀ ਕੋਈ ਲੋੜ ਨਹੀਂ ਹੈ, ਧੀਆਂ ਪੁੱਤਰ ਛੱਡਣ ਦੀ ਕੋਈ ਲੋੜ ਨਹੀਂ ਹੈ, ਬਾਹਰ ਜਾਣ ਦੀ ਲੋੜ ਨਹੀਂ। ਗ੍ਰਸਤ ਵਿੱਚ ਰਹਿ ਕਰਕੇ ਗੁਰੂ ਕੇ ਉਪਦੇਸ਼ ਦੇ ਧਾਰਨੀ ਹੋ ਕੇ ਨਾ, ਗੁਰੂ ਕੀ ਸਿੱਖੀ ਹਾਸਲ ਕਰਕੇ, ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਘਰ ਬੈਠੇ ਗੁਰੂ ਤੇ ਆਏ ਹੋ। ਘਰੇ ਰਹਿ ਕਰਕੇ ਹੀ ਗੁਰੂ ਕੀ ਸਿੱਖੀ ਨੂੰ ਅਪਣਾ ਕਰਕੇ
ਤੇ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਚਿੱਤ ਦੀ ਇਕਾਗਰਤਾ ਘਰੇ ਰਹਿ ਕਰਕੇ ਹੀ ਹੋ ਸਕਦੀ ਹੈ। ਸੋ ਘਰ ਵਿੱਚ ਰਹਿੰਦਿਆਂ ਸੋ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਘਰੇ ਰਹਿ ਕੇ ਤੁਸੀਂ ਪਰਮੇਸ਼ਰ ਦੀ ਬੰਦਗੀ ਕਰ ਸਕਦੇ ਹੋ, ਵਾਹਿਗੁਰੂ ਪਰਮੇਸ਼ਰ ਨਾਲ ਜੁੜ ਸਕਦੇ ਹੋ, ਤੁਹਾਡਾ ਚਿੱਤ ਇਕਾਗਰ ਹੋ ਸਕਦਾ ਹੈ ਔਰ ਇਹ ਵਿਕਾਰਾਂ ਨੂੰ, ਔਗਣਾਂ, ਪਾਪਾਂ ਨੂੰ ਛੱਡ ਕਰਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ। ਇਹ ਐਸੀ ਮਹਾਰਾਜ ਸਾਹਿਬ ਜੀ ਨੇ ਉਲਟੀ ਗੰਗਾ ਵਗਾਈ ਹੈ ਵੀ ਤੁਹਾਨੂੰ ਘਰ ਛੱਡ ਕੇ, ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਪਹਿਲਿਆਂ ਨੇ ਇਹ ਕੁਝ ਹੀ ਕੀਤਾ ਸੀ, ਕਹਿੰਦੇ ਤੁਹਾਨੂੰ ਘਰ ਛੱਡਣਾ ਪਵੇਗਾ, ਪਰਿਵਾਰ ਛੱਡਣਾ ਪਵੇਗਾ, ਇਹ ਤੁਹਾਨੂੰ ਚੜਾਵਾਂ ਬਣਾਉਣੀਆਂ ਪੈਣਗੀਆਂ, ਕੰਨ ਪਾੜ ਕੇ ਮੁੰਦਰਾਂ ਪਾਉਣੀਆਂ ਪੈਣਗੀਆਂ, ਕਿਸੇ ਨੇ ਆਖਿਆ ਸੁੰਨਤ ਕਰਾਉਣੀ ਪਵੇਗੀ, ਕਿਸੇ ਨੇ ਆਖਿਆ ਛਾਪੇ ਲਵਾਉਣੇ ਪੈਣਗੇ, ਕਿਸੇ ਨੇ ਆਖਿਆ ਤੁਹਾਨੂੰ ਆਪਣਾ ਸਰੀਰ ਜਿਹੜਾ ਉਹ ਆਰੇ ਨਾਲ ਚਰਵਾਉਣਾ ਪਵੇਗਾ। ਲੋਕ ਕਾਂਸ਼ੀ ਜਾ ਕੇ ਆਰੇ ਨਾਲ ਚਰਵਾ ਦਿੰਦੇ ਸੀ ਆਪਣੇ ਸਰੀਰ ਦੇ ਤਾਏ, ਔਰ ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਛਾਪੇ ਜਿਹੜੇ ਸੀ ਆਪਣੇ ਸਰੀਰ ਤੇ ਲਵਾਉਂਦੇ ਸਨ, ਜਿਸ ਪੰਥ ਦੇ ਵਿੱਚ ਜਾ ਕੇ ਸ਼ਾਮਲ ਹੁੰਦੇ ਸਨ, ਮਤ ਦੇ ਵਿੱਚ ਸ਼ਾਮਲ ਹੁੰਦੇ ਸਨ। ਪਰ ਗੁਰੂ ਸਾਹਿਬ ਜੀ ਨੇ ਇਹ ਉਲਟੀ ਹੀ ਗੰਗਾ ਵਗਾਈ ਹੈ ਵੀ ਘਰ ਵਿੱਚ ਰਹਿ ਕਰਕੇ ਭਾਈ ਤੁਸੀਂ ਨਿਰੰਕਾਰ ਦੇ ਨਾਲ ਜੁੜ ਸਕਦੇ ਹੋ। ਪਰ ਜੁੜਨ ਦਾ ਤਰੀਕਾ ਹੈ ਗੁਰੂ ਦਾ ਉਪਦੇਸ਼ ਤੁਹਾਨੂੰ ਲੈਣਾ ਪਵੇਗਾ, ਗੁਰੂ ਕੀ ਸਿੱਖੀ ਪ੍ਰਾਪਤ ਕਰਨੀ ਪਵੇਗੀ। ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ ਤੇ ਗ੍ਰਸਥ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰੋ। ਐਸੀਆਂ ਬਖਸ਼ਿਸ਼ਾਂ ਕੀਤੀਆਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ, ਪੈ ਨੰਦਿਆਂ ਖਾ ਬੰਦਿਆਂ, ਵਿੱਚੇ ਹੋਵੇ ਮੁਕਤ। ਵਿੱਚੇ ਗ੍ਰਸਥ ਦੇ ਰਹਿੰਦਿਆਂ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਲਓਗੇ। ਜੋਗੀਆਂ ਨੂੰ ਵੀ ਇਹ ਗੱਲ ਆਖੀ ਸੀ ਗਰੀਬ ਨਵਾਜ ਸਾਹਿਬ ਜੀ ਨੇ, ਕਹਿਣ ਲੱਗੇ ਮਾਇਆ ਵਿੱਚ ਰਹਿ ਕਰਕੇ, ਮਾਇਆ ਤੋਂ ਰਹਿਤ ਜੋ ਨਿਰੰਜਨ ਸੁੱਧ ਸਰੂਪ ਹੈ ਉਹਦੇ ਨਾਲ ਜੁੜ ਗਏ ਤੇ ਮਾਇਆ ਵਿੱਚ ਰਹਿ ਕੇ ਨਿਰਲੇਪ ਰਹਿ ਕਰਕੇ ਜੋਗੀ ਬਣ ਜਾਈਦਾ। ਘਰ ਵਿੱਚ ਰਹਿੰਦਿਆਂ ਵੀ ਜੋਗੀ ਬਣ ਜਾਈਦਾ। ਜੋਗੀ ਇਸ ਤਰ੍ਹਾਂ ਨਹੀਂ ਬਣਿਆ ਜਾਂਦਾ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਇਹ ਖਫਣੀ ਪਾਉਣ ਦੇ ਨਾਲ, ਕੰਨ ਪਾੜ ਕੇ ਮੁੰਦਰਾਂ ਪਾਉਣ ਦੇ ਨਾਲ, ਬੀਣ ਵਜਾਉਣ ਦੇ ਨਾਲ ਤਾਂ ਨਹੀਂ ਜੋਗੀ ਬਣਿਆ ਜਾਂਦਾ। ਮਹਾਰਾਜ ਕਹਿੰਦੇ ਰਹੀਏ ਮਾਇਆ ਵਿੱਚ, ਰਹੀਏ ਸੰਸਾਰ ਵਿੱਚ, ਪਰਿਵਾਰ ਵਿੱਚ, ਪਰ ਉਹਦੇ ਨਾਲ ਜੁੜ ਕੇ ਰਹੀਏ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਹੀ ਨਹੀਂ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਦੇ ਸੰਤਰ ਭਵਿਐ, ਜੋਗ ਨਾ ਤੀਰਥ ਨਹਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਮਾਇਆ ਵਿੱਚ ਰਹਿੰਦੇ ਹੋਇਆ ਮਾਇਆ ਤੋਂ ਨਿਰਲੇਪ ਰਹੀਏ, ਇਸ ਤਰ੍ਹਾਂ ਜੋਗ ਦੀ ਜੁੜਨ ਦੀ ਜੁਗਤੀ ਪਾ ਲਈ ਜੀ। ਆਪ ਜੀ ਨੇ ਫਰਮਾਇਆ ਜੋਗ ਨਾ ਭਗਵੀ ਕੱਪੜੇ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਘਰੇ ਬਹਿ ਕਰਕੇ ਜੋਗੀ ਬਣ ਸਕਦੇ ਹਾਂ, ਪਰ ਸਤਿਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕਰਕੇ। ਜਿਨ੍ਹਾਂ ਜੋਗੀਆਂ ਨੇ ਸਾਧ ਸੰਗਤ ਜੀ ਘਰ ਵੀ ਛੱਡੇ, ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਗ੍ਰਹਿਓ ਤਾਜ ਬਣ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਾਈ, ਪਾਪੀ ਮਨ ਮੰਦਾ। ਘਰ ਛੱਡਣ ਦੇ ਨਾਲ ਵਿਕਾਰ ਤਾਂ ਨਹੀਂ ਛੱਡੇ ਜਾਂਦੇ, ਜੰਗਲ ਵਿੱਚ ਜਾ ਕਰਕੇ ਵੀ ਵਿਕਾਰ ਸਤਾਉਂਦੇ ਆ। ਜੋਗੀਆਂ ਨੂੰ ਵੀ ਵਿਕਾਰਾਂ ਨੇ ਸਤਾਇਆ। ਜੋਗੀ ਗੋਰਖਨਾਥ, ਜੋਗੀਆਂ ਦਾ ਗੁਰੂ ਹੈ ਗੋਰਖਨਾਥ, ਤੇ ਗੋਰਖਨਾਥ ਦਾ ਗੁਰੂ ਹੈ ਮਸ਼ਿੰਦਰਨਾਥ। ਮਸ਼ਿੰਦਰਨਾਥ ਜਿਹਨੂੰ ਸਿੱਧੀਆਂ ਪ੍ਰਾਪਤ ਸੀ, ਤੇ ਉਹਨਾਂ ਸਿੱਧੀਆਂ ਦੇ ਵਿੱਚ ਇੱਕ ਦੂਸਰੇ ਦੀ ਕਾਇਆ ਦੇ ਵਿੱਚ ਪ੍ਰਵੇਸ਼ ਕਰਨ ਵਾਲੀ ਸਿੱਧੀ ਵੀ, ਪਰ ਕਾਇਆ ਪ੍ਰਵੇਸ਼ ਸਿੱਧੀ। ਤਾਂ ਜਿਸ ਵੇਲੇ ਅਮਰੂ ਰਾਜਾ ਸਵਾਸ ਪੂਰੇ ਕਰ ਗਿਆ ਤੇ ਉਹਦੀ ਮ੍ਰਿਤਕ ਦੇਹ ਦੇ ਵਿੱਚ ਪਰ ਕਾਇਆ ਸਿੱਧੀ ਪ੍ਰਵੇਸ਼ ਦੁਆਰਾ ਉਹਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਹੈ ਗੋਰਖਨਾਥ ਦੇ ਗੁਰੂ ਮਸ਼ਿੰਦਰਨਾਥ ਨੇ, ਤੇ ਰਾਣੀਆਂ ਦੇ ਵਿਸ਼ੇ ਸੁਖ ਭੋਗਦਾ ਰਿਹਾ। ਬਾਲ ਖੁਦਾਈ ਦੇ ਨਾਲ ਜਿਸ ਵੇਲੇ ਗੋਰਖਨਾਥ ਦੀ ਚਰਚਾ ਹੋਣ ਲੱਗੀ ਤੇ ਉਹਨੇ ਆਖਿਆ ਜਾਓ ਗੋਰਖਨਾਥਾ, ਮੇਰੇ ਨਾਲ ਚਰਚਾ ਕਰਨ ਵਾਸਤੇ ਆ ਗਿਆ, ਆਪਣੇ ਗੁਰੂ ਦੀ ਹਾਲਤ ਤੇ ਵੇਖ ਜਾ ਕੇ। ਤੇਰਾ ਗੁਰੂ ਅਮਰੂ ਰਾਜੇ ਦੀ ਦੇਹ ਦੇ ਵਿੱਚ ਪ੍ਰਵੇਸ਼ ਕਰਕੇ ਤੇ ਵਕਾਰ ਭੋਗਦਾ ਪਿਆ। ਫਿਰ ਤਬਲਾ ਸਿੱਖਿਆ, ਫਿਰ ਆਪਣਾ ਮੁੰਦਰਾਂ ਵਾਲਾ ਕੰਨ ਜਿਹੜਾ ਸੀ ਪੱਗ ਬੰਨ੍ਹ ਕਰਕੇ ਤੇ ਵਿੱਚੋਂ ਢੱਕ ਕਰਕੇ ਉੱਥੇ ਪਹੁੰਚਿਆ ਗੋਰਖਨਾਥ।
ਤੇ ਫਿਰ ਰਾਗੀਆਂ ਦੇ ਨਾਲ ਜਾ ਕਰਕੇ ਤਬਲਾ ਵਜਾਇਆ, ਤਾਨ ਲਾਈ ਵੀ ਜਾਗ ਮਸ਼ਿੰਦਰਾ ਗੋਰਖ ਆਏ, ਜਾਗ ਮਸ਼ਿੰਦਰਾ ਗੋਰਖ ਆਏ। ਤੇ ਫਿਰ ਉਹਨੂੰ ਲੈ ਕਰਕੇ ਆਇਆ ਕਿ ਜੇ ਤੂੰ ਸਾਡਾ ਜੋਗੀਆਂ ਦਾ ਗੁਰੂ ਹੋ ਕਰਕੇ ਆ ਕੁਝ ਕਰੇਂਗਾ ਤੇ ਫਿਰ ਚੇਲਿਆਂ ਨੇ ਤੇ ਪੂਰੀ ਪਾ ਲਈ। ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਲੈ ਕੇ ਆਇਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਸਾਹਿਬ ਜੀ ਦੇ ਪਾਸ। ਆਖਿਆ ਮਹਾਰਾਜ ਇਹ ਮੇਰਾ ਗੁਰੂ ਹੈ ਮਸ਼ਿੰਦਰ ਨਾਥ ਤੇ ਆ ਇਹਦੀ ਹਾਲਤ ਹੈ, ਇਹ ਪਰਾਏ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਤੇ ਵਿਕਾਰ ਭੋਗਦਾ ਪਿਆ। ਫਿਰ ਗਰੀਬ ਨਵਾਜ ਨੇ ਰਾਮਕਲੀ ਰਾਗ ਦਾ ਸ਼ਬਦ ਉਚਾਰਨ ਕਰਕੇ, ਰਾਮਕਲੀ ਮਹੱਲਾ ਪਹਿਲਾ, ਸੁਣ ਮਸ਼ਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੈ ਨਹਿ ਡੋਲੇ, ਇਹ ਸ਼ਬਦ ਉਚਾਰ ਕਰਕੇ ਮਸ਼ਿੰਦਰ ਨਾਥ ਜੋਗੀ ਨੂੰ ਉਪਦੇਸ਼ ਦੇ ਕਰਕੇ ਤੇ ਸਾਧ ਸੰਗਤ ਜੀ ਨਿਹਾਲ ਕੀਤਾ ਸੀ, ਉਹਦੇ ਹਿਰਦੇ ਨੂੰ ਸ਼ਾਂਤ ਕੀਤਾ ਸੀ ਵੀ ਜੇ ਇੰਨੀਆਂ ਧੂਣੀਆਂ ਧਾ ਕੇ, ਜੰਗਲਾਂ ਵਿੱਚ ਰਹਿ ਕੇ, ਪਹਾੜਾਂ 'ਚ ਰਹਿ ਕੇ, ਇੰਨੇ ਧੱਕੇ ਧੋੜੇ ਖਾ ਕੇ ਤੇ ਇੰਨਾ ਜਪ ਤਪ ਕਰਕੇ, ਸਿੱਧੀਆਂ ਪ੍ਰਾਪਤ ਕਰਕੇ ਤੇ ਆ ਵਕਾਰ ਹੀ ਭੋਗਣੇ ਸੀ ਤੇ ਫਿਰ ਗ੍ਰਸਤੀ ਬਣ ਕੇ ਵੀ ਇਹ ਕੁਝ ਕਰੀ ਜਾਂਦੇ। ਇੰਨਾ ਜਪ ਤਪ ਕਰਕੇ ਤੇ ਫਿਰ ਆ ਵਕਾਰਾਂ ਵਿੱਚ ਹੀ ਜਾ ਕੇ ਟੋਏ 'ਚ ਹੀ ਡਿੱਗਣਾ ਸੀ। ਮਹਾਰਾਜ ਨੇ ਉਪਦੇਸ਼ ਦੇ ਕਰਕੇ ਸਾਧ ਸੰਗਤ ਜੀ ਮਨ ਇਕਾਗਰ ਕੀਤਾ, ਨਿਹਾਲ ਕੀਤਾ ਮਸ਼ਿੰਦਰ ਨਾਥ ਨੂੰ। ਇਹ ਘਰ ਛੱਡਣ ਦੇ ਨਾਲ ਸਤਿਗੁਰੂ ਕਹਿੰਦੇ ਵਕਾਰ ਨਹੀਂ ਛੱਡੇ ਜਾਂਦੇ। ਗੁਰਸਿੱਖੋ ਤੁਸੀਂ ਘਰੇ ਰਹਿ ਕਰਕੇ, ਪਰਿਵਾਰ ਵਿੱਚ ਰਹਿ ਕਰਕੇ, ਔਰ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਕਿ ਸ਼ਬਦ ਨਾਲ ਜੁੜ ਕਰਕੇ ਤੇ ਤੁਸੀਂ ਇਹਨਾਂ ਵਕਾਰਾਂ ਤੋਂ, ਔਗਣਾਂ ਤੋਂ, ਪ੍ਰੀਤੀਆਂ ਤੋਂ, ਕ੍ਰਹਿਤਾਂ ਤੋਂ, ਪਾਪਾਂ ਤੋਂ ਮੁਕਤ ਹੋ ਸਕਦੇ। ਇਹ ਐਸੀ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੇ ਬਾਕੀ ਸਾਰੇ ਮਤ ਮਤੰਤਰਾਂ ਨਾਲੋਂ ਉਲਟੀ ਗੰਗਾ ਹੀ ਵਗਾਈ ਹੈ। ਬਾਕੀ ਕਹਿੰਦੇ ਸੀ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਪਹਿਲੋਂ ਘਰ ਛੱਡ ਕੇ ਆਓ, ਧੀਆਂ ਪੁੱਤਰ ਛੱਡ ਕੇ ਆਓ, ਪਰਿਵਾਰ ਛੱਡ ਕੇ ਆਓ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਹੋਰਿਓਂ ਗੰਗ ਵਹਾਈ ਹੈ, ਉਲਟੀ ਗੰਗਾ ਹੀ ਵਗਾ ਦਿੱਤੀ ਹੈ। ਕਹਿਣ ਲੱਗੇ ਨਹੀਂ ਘਰ ਛੱਡਣ ਦੀ ਲੋੜ ਕੋਈ ਨਹੀਂ, ਘਰੇ ਰਹਿ ਕਰਕੇ ਵਿਕਾਰ ਛੱਡੋ, ਘਰੇ ਰਹਿ ਕਰਕੇ ਔਗਣ ਛੱਡੋ, ਘਰੇ ਰਹਿ ਕਰਕੇ ਕੁਰੀਤੀਆਂ ਛੱਡੋ ਤੇ ਪਰਮੇਸ਼ਰ ਦੀ ਬੰਦਗੀ ਕਰੋ। ਘਰੇ ਰਹਿ ਕਰਕੇ ਤੁਹਾਨੂੰ ਕਲਿਆਣ ਪ੍ਰਾਪਤ ਹੋ ਜਾਵੇ। ਆਪ ਵੀ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਗ੍ਰਸਤੀ ਹੋਣਾ ਕੀਤਾ। ਗੁਰੂ ਜੀ ਦਾ ਵਿਆਹ ਪੁਰਬ ਆ ਰਿਹਾ ਹੈ 3 ਤਰੀਕ ਨੂੰ, ਔਰ 1 ਤਰੀਕ ਨੂੰ ਬਟਾਲੇ ਦੀ ਧਰਤੀ ਤੋਂ ਸੰਗਤਾਂ ਨੇ ਇੱਥੇ ਗੁਰਦੁਆਰਾ ਬੇਰ ਸਾਹਿਬ ਸ਼ਾਮੀ ਆਉਣਾ ਹੈ, ਔਰ ਰਾਤ ਨੂੰ ਦੀਵਾਨ ਸੱਜਣੇ ਇਸ ਸਥਾਨ ਤੇ ਗੁਰਦੁਆਰਾ ਬੇਰ ਸਾਹਿਬ 1 ਸਤੰਬਰ ਨੂੰ, ਤੇ 2 ਤਰੀਕ ਨੂੰ ਸਵੇਰੇ 7 ਵਜੇ ਸਾਧ ਸੰਗਤ ਜੀ ਇੱਥੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਗੁਰੂ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ, ਵਿਆਹ ਪੁਰਬ ਮਨਾਉਂਦਿਆਂ ਹੋਏ ਤੇ ਬਟਾਲੇ ਦੀ ਧਰਤੀ ਤੇ ਨਗਰ ਕੀਰਤਨ ਪਹੁੰਚਣਾ। 3 ਤਰੀਕ ਨੂੰ ਇੱਥੇ ਵੀ ਔਰ ਬਟਾਲੇ ਦੀ ਧਰਤੀ ਤੇ ਵੀ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਵਿਆਹ ਪੁਰਬ ਮਨਾਇਆ ਜਾਣਾ। ਗੁਰੂ ਸਾਹਿਬ ਜੀ ਆਪ ਗ੍ਰਸਤੀ ਹੋਏ, ਧੰਨ ਮਾਤਾ ਸੁਲੱਖਣੀ ਜੀ ਦੇ ਨਾਲ ਜਗਤ ਗੁਰੂ ਜੀ ਦਾ ਵਿਆਹ ਹੋਇਆ, ਔਰ ਇਸੇ ਧਰਤੀ ਤੋਂ ਬਰਾਤ ਗਈ ਸੁਲਤਾਨਪੁਰ ਲੋਧੀ ਤੋਂ, ਤੇ ਇੱਥੇ ਹੀ ਫਿਰ ਵਿਆਹ ਹੋਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਆਏ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਆਪਣੀ ਰਚਨਾ ਦੇ ਵਿੱਚ ਇਹ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਜੀ ਨੇ ਗ੍ਰਸਤ ਧਰਮ ਨੂੰ ਪ੍ਰਧਾਨ ਧਰਮ ਆਖਿਆ, ਵੀ ਇਹ ਗ੍ਰਸਤ ਧਰਮ ਪ੍ਰਧਾਨ ਹੈ। ਉਂਝ ਦੋਵੇਂ ਮਾਰਗ ਹਨ ਸਾਧ ਸੰਗਤ ਜੀ ਸਿੱਖੀ ਦੇ ਵਿੱਚ, ਗ੍ਰਸਤ ਦਾ ਵੀ ਹੈ ਤੇ ਤਿਆਗ ਦਾ ਵੀ ਹੈ। ਗਰੀਬ ਨਵਾਜ ਸਾਹਿਬ ਜੀ ਨੇ ਐਸਾ ਨਹੀਂ ਹੈ, ਕਈ ਵਾਰੀ ਐਸਾ ਸੰਸਾਰ ਵਿੱਚ ਹੁੰਦਾ ਹੈ ਕਿ ਗ੍ਰਸਤੀ ਜਿਹੜੇ ਉਹ ਤਿਆਗੀਆਂ ਨੂੰ, ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਆ, ਤੇ ਕਈ ਵਾਰੀ ਐਸਾ ਹੁੰਦਾ ਹੈ ਕਿ ਤਿਆਗੀ ਸਾਧੂ ਜਿਹੜੇ ਹਨ ਉਹ ਗ੍ਰਸਤੀਆਂ ਦੀ ਨਿੰਦਿਆ ਕਰਨ ਲੱਗ ਪੈਂਦੇ ਵੀ ਅਸੀਂ ਤਾਂ ਵਿਆਹ ਨਹੀਂ ਕਰਾਇਆ, ਅਸੀਂ ਤਾਂ ਗ੍ਰਸਤ ਦਾ ਤਿਆਗ ਕੀਤਾ, ਇਹ ਗ੍ਰਸਤੀ ਆ, ਤੇ ਉਹ ਗ੍ਰਸਤੀਆਂ ਦੀ ਨਿੰਦਿਆ ਕਰਨ ਲੱਗ ਪੈਂਦੇ। ਦੋਵੇਂ ਮਾਰਗ ਵਾ, ਕਲਿਆਣ ਉਹਦੀ ਹੋਣੀ ਜਿਹਨੇ ਸ਼ਬਦ ਨਾਲ ਜੁੜਨਾ, ਭਾਵੇਂ ਕੋਈ ਗ੍ਰਸਤੀ ਹੋਵੇ ਤੇ ਭਾਵੇਂ ਕੋਈ ਗ੍ਰਸਤ ਦਾ ਤਿਆਗੀ ਹੋਵੇ। ਤੇ ਗ੍ਰਸਤੀ ਹੋ ਕਰਕੇ ਗ੍ਰਸਤੀ ਨੂੰ ਵੀ ਵਿਕਾਰ ਛੱਡਣੇ ਪੈਣਗੇ, ਤੇ ਜਿਹੜਾ ਗ੍ਰਸਤ ਤੋਂ ਤਿਆਗੀ ਆ, ਤਿਆਗੀ ਨੂੰ ਵੀ ਵਿਕਾਰ ਛੱਡਣੇ ਪੈਣਗੇ। ਸ਼ਬਦ ਨਾਲ ਦੋਨਾਂ ਨੂੰ ਜੁੜਨਾ ਪੈਣਾ ਵਾ, ਕਲਿਆਣ ਤਾਂ ਹੀ ਹੋਣੀ ਹੈ। ਪਰ ਗੁਰੂ ਕੇ ਪੰਥ ਦੇ ਵਿੱਚ ਦੋਵੇਂ ਹੀ ਪ੍ਰਵਾਨ ਹਨ, ਗ੍ਰਸਤੀ ਵੀ ਤੇ ਗ੍ਰਸਤ ਦਾ ਤਿਆਗੀ ਵੀ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜੋ ਗ੍ਰਹਿਓ ਕਰਹਿ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਕਹਿੰਦੇ ਜੇ ਤੂੰ ਗ੍ਰਸਤੀ ਬਣਨਾ ਹੈ ਤੇ ਫਿਰ ਵੀ ਧਰਮੀ ਬਣ ਕੇ ਗ੍ਰਸਤੀ ਬਣ। ਫਿਰ ਗ੍ਰਸਤ ਧਰਮ ਨੂੰ ਵੀ ਤੂੰ, ਗ੍ਰਸਤ ਧਰਮ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਵੀ ਨਿਭਾ, ਆਪਣੇ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਨਿਭਾ ਕੇ, ਤੇ ਨਾਲ ਧਰਮ ਦੀ ਕਿਰਤ ਕਰ ਤੇ ਵਾਹਿਗੁਰੂ ਦੀ ਬੰਦਗੀ ਕਰ। ਗ੍ਰਸਤੀ ਹੋ ਕੇ ਵੀ ਤੈਨੂੰ ਧਰਮੀ ਪਹਿਲਾਂ ਬਣਨਾ ਚਾਹੀਦਾ। ਤੇ ਜੇ ਤੂੰ ਗ੍ਰਸਤ ਦਾ ਤਿਆਗ ਕਰਕੇ ਬੈਰਾਗੀ ਬਣਨਾ ਚਾਹਣਾ ਹੈ ਤੇ ਫਿਰ ਬੈਰਾਗੀ ਹੋ ਕਰਕੇ ਵੀ ਤੂੰ ਧਰਮ ਦਾ ਧਾਰਨੀ ਹੋ।
कबीर जो गृहो करह ता धर्म कर, नाही ता कर बैराग। बैरागी बंधन करे ताको बड़ो अभाग। जे तू गृहस्थ का त्याग करके बैरागी बन गया तो बैरागी बन के फिर विकारां दे बंधनां विच पैना, कहंदे फिर तेरे बहुते माड़े भाग वा। आप तू गृहस्थ नहीं धारण किया, बैरागी हो गया तो फिर विकारां दे विच डिग्गी जाना, फिर तो तेरे नालों माड़े भाग ही नहीं किसी दे। पर दोवें रस्ते आ गुरु के पंथ दे विच। धन श्री गुरु नानक देव साहब महाराज आप गृहस्थी होए और गृहस्थ नूं प्रधान आखिया, क्योंकि जिवें सिद्ध सी ना जोगी, उन्होंने गृहस्थ नूं त्याग दिता ते गृहस्थियां दी निंदिया करदे हुंदे सी। महाराज साहब जी ने समझाया कि सिद्धो नाथो जोगियो, तुसीं गृहस्थ नहीं धारण किया, चलो ठीक है, तुसीं बंदगी करो, भजन करो, पर गृहस्थियां दी निंदिया क्यों करदे हो? गृहस्थियां नूं माड़ा क्यों कहिंदे हो? आखिरकार तुसीं भी तो गृहस्थियां घर ही पैदा होए जे ना। तुहाडे माता पिता दा विआह होया ते तुहाडा जोगीओ जन्म होया। जे तुहाडे मां प्यो विआह ना कराउंदे ते तुसीं किवें जन्म लैके आउंदे संसार दे विच? उन्हां नूं भी महाराज साहब जी ने समझाया। और गरीब नवाज साहब जी ने यह भी आख्या कि इस्त्री की निंदिया ना करो। महाराज कहते इस्त्री तो ही सारे संसार की पैदाइश है, राजे महाराजिया की पैदाइश है, तो जिदे तो राजे महाराजे पैदा होंदे तुसीं क्यों मंदा कहंदे हो? भंड जमी है, भंड निमी है, भंड मंगण भी आहो, भंड नाम इस्त्री का है। सारा श्लोक ही महाराज साहब जी ने उचारण किया। साखी वार विच गुरु की संगतां रोज सरवण करदियां। गरीब नवाज कहंदे भंड जमी है, भंड निमी है, भंड मंगण भी आहो, भंडो होवै दोस्ती, भंडो चलै राहो। संसार का रस्ता ही इस्त्री दे नाल चलदा है। पति पत्नी किसी भी रिश्ते विच वेखो ते बराबर है इस्त्री संसार दे तल दे उत्ते। भी पति है नाल पत्नी है, भैन है भरा है, इसे प्रकार दादा दादी है। हर एक रिश्ते दे विच इस्त्री बराबर, धी है पुत है। महाराज कहन लगे भंडो चलै राहो, भंड मोआ भंड भालीए, भंड होवै बंधान, सो क्यों मंदा आखिए जित जमै राजान। ये भाई जिथों राजे महाराजे पैदा होए आ, तुसीं उस गृहस्थ नूं ते उस इस्त्री नूं क्यों मंदा कहिंदे? ये संसारी तल दे उत्ते साध संगत जी महाराज साहब जी ने, ये गरीब नवाज साहब जी ने आख्या कि तुसीं गृहस्थ दी निंदिया ना करो जोगियो। संसारी तल दे उत्ते ये बराबरता है, पर इस बराबरता नूं कई बारी संसारी लोग दूजे पासे भी लै लैंदे, कहिंदे कि हर गल विच बराबरता करनी है। कुछ गुरु साहब जी की मर्यादा है जिथे बराबरता नहीं भी हो सकती। साध संगत जिवें पंज प्यारे गुरु कलगीधर पातशाह जी ने साजे ना, ते उत्थे पंज प्यारे ही साजे आ। उत्थे जे कोई आखे कि हुण माईयां नूं भी नाल बराबरता देनी, ये तां नहीं गल बन सकदी, क्योंकि कुछ मर्यादावां गुरु पंथ दियां जिथे बराबरता नहीं हो सकती। क्यों नहीं हो सकती? वो साडा इतिहास दसदा है कि गुरु साहब जी ने जदों खंडे बाटे का अमृत छकाया तो उस मौके ते 1699 की विसाखी नूं महाराज ने एक एक करके एक एक सिर लिया। आख्या सानू भाई एक सिर चाहिदा है, कोई सिर देवे। ते फिर पहला प्यारे दयाराम जी ने आके सीस भेंट किया, एक एक सिख ने सिर दिता, ते पंजा सिखां ने पंजा मर्दां ने सिर दिते। ते सिर वट के महाराज साहब जी ने खंडे बाटे का अमृत छका के ते पंजा नूं फिर मृतक को पायो तन सासा बिछड़ ते आन मिलाया, सुरजीत किया ते खालसे बनाया, खालसे की साजना की। माइयां नूं उंज किते वितकरा नहीं है गुरु घर दे विच, संगत विच बराबर माइयां बैठ सकदियां, सेवा बराबर कर सकदियां, बाणी पढ़ सकदियां, लंगर पका सकदियां, पंगत विच बराबर भाइयां दी पंगत है ते माइयां दी भी बराबर पंगत है। पर कुछ पंथ की मर्यादा वा जिथे साध संगत जी जो मर्यादा गुरु साहब जी ने बनाई ते साडा सारियां दा फर्ज बनदा कि उहदे उत्ते असीं डट के पहरा दईए। माइयां दा भी फर्ज बनदा, भाइयां दा भी फर्ज बनदा। जो गुरु साहब ने मर्यादा बना दित्ती ना, ਉਹਦੇ ते किंतु परंतु कोई कर ही नहीं सकता। जो कई बारी कई फिर लोग कहन लग पैंदे भी वेखो जी पंज प्यारे बनते हैं तो असीं पंज प्यारियां भी बनाउणियां। फिर उत्थे महापुरख फिर इतिहास पढ़ के सुणाउंदे आ
श्रीमान संत ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ ਵੀ ਇਸ ਤਰ੍ਹਾਂ ਦਾ ਰੌਲਾ ਜਿਹਾ ਪਾਇਆ ਸੀ ਕਈਆਂ ਨੇ। ਉਹ ਕਹਿੰਦੇ ਵੀ ਅਸੀਂ 5 ਪਿਆਰੀਆਂ ਵੀ ਬਣਾਉਣੀਆਂ। ਕਹਿੰਦੇ ਭਾਈ ਇਹ ਗੁਰੂ ਪੰਥ ਦੀ ਮਰਿਆਦਾ ਨਹੀਂ ਹੈ। ਗੁਰੂ ਸਾਹਿਬ ਜੀ ਨੇ 5 ਪਿਆਰੇ ਹੀ ਸਾਜੇ, ਇਤਿਹਾਸ ਵਿੱਚ ਕਿਤੇ ਜ਼ਿਕਰ ਹੀ ਨਹੀਂ ਆਇਆ ਐਸਾ। ਜੇ ਉਸ ਵੇਲੇ ਕੋਈ ਮਾਈ ਉੱਠ ਕਰਕੇ ਸੀਸ ਭੇਟਾ ਕਰ ਦਿੰਦੀ ਤੇ ਫਿਰ 5 ਪਿਆਰਿਆਂ ਵਿੱਚ ਮਾਈਆਂ ਵੀ ਲੱਗ ਜਾਂਦੀਆਂ। ਬਾਕੀ ਕਿਸੇ ਥਾਂ ਤੇ ਵਿਤਕਰਾ ਨਹੀਂ ਹੈ। ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਸਿੱਧੋ ਨਾਥੋ ਇਸ ਤਰ੍ਹਾਂ ਨਿੰਦਿਆ ਨਾ ਕਰੋ ਗ੍ਰਸਤ ਦੀ। ਤੁਸੀਂ ਨਿੰਦਿਆ ਨਹੀਂ ਕਰ ਸਕਦੇ, ਆਖਿਰਕਾਰ ਤੁਸੀਂ ਵੀ ਗ੍ਰਸਤੀਆਂ ਦੇ ਘਰੇ ਹੀ ਪੈਦਾ ਹੋਏ। ਬਾਕੀ ਦੋਵੇਂ ਸਾਧ ਸੰਗਤ ਜੀ ਇਹ ਪੱਖਵਾ ਗੁਰੂ ਪੰਥ ਦੇ ਵਿੱਚ, ਗੁਰੂ ਘਰ ਦੇ ਵਿੱਚ ਗ੍ਰਸਤ ਵਾਲਾ ਵੀ ਹੈ ਤੇ ਤਿਆਗ ਵਾਲਾ ਵੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗ੍ਰਸਤੀ ਹੋਏ ਤੇ 2 ਸਾਹਿਬਜ਼ਾਦੇ ਪ੍ਰਗਟ ਹੋਏ ਇਸੇ ਧਰਤੀ ਤੇ, ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ, ਗੁਰੂ ਘਰ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਵੱਡੇ ਬਾਬਾ ਸ੍ਰੀ ਚੰਦ ਸਾਹਿਬ ਜੀ ਤੇ ਛੋਟੇ ਬਾਬਾ ਲਖਮੀ ਦਾਸ ਸਾਹਿਬ। ਹੁਣ ਬਾਬਾ ਸ੍ਰੀ ਚੰਦ ਜੀ ਨੇ ਗ੍ਰਸਤ ਨਹੀਂ ਧਾਰਨ ਕੀਤਾ, ਉਹ ਤਿਆਗੀ ਬੈਰਾਗੀ ਰਹੇ, ਬਾਲ ਬ੍ਰਹਮਚਾਰੀ ਰਹੇ। ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਸਾਹਿਬ ਜੀ ਗ੍ਰਸਤੀ ਹੋਏ, ਉਹਨਾਂ ਦੇ ਅੱਗੇ ਸਪੁੱਤਰ ਹੋਏ ਬਾਬਾ ਧਰਮ ਚੰਦ ਜੀ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੇ ਪੰਥ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹ ਗੁਰੂ ਪੰਥ ਦੇ ਮਹਾਨ ਗੁਰਸਿੱਖ ਹੋਏ। ਤੇ ਬਾਬਾ ਬੁੱਢਾ ਸਾਹਿਬ ਜੀ ਗ੍ਰਸਤੀ ਹੋਏ, ਭਾਈ ਗੁਰਦਾਸ ਸਾਹਿਬ ਜੀ ਨੇ ਗ੍ਰਸਤ ਨਹੀਂ ਧਾਰਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਘਰ ਵਿੱਚ ਪ੍ਰਵਾਨ ਆ ਤੇ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ ਤੇ ਉਹਨਾਂ ਨੇ ਗੁਰਬਾਣੀ ਲਿਖਣ ਦੀ ਸੇਵਾ ਕੀਤੀ, ਗੁਰਬਾਣੀ ਦੀ ਕਥਾ ਪ੍ਰਚਾਰ ਕਰਨ ਦੀ ਸੇਵਾ ਕੀਤੀ, ਹਰ ਪ੍ਰਕਾਰ ਦੀ ਸੇਵਾ ਕੀਤੀ। ਭਾਈ ਗੁਰਦਾਸ ਸਾਹਿਬ ਜੀ ਵੀ ਗੁਰੂ ਘਰ ਵਿੱਚ ਪ੍ਰਵਾਨ, ਉਹ ਵੀ ਸਫਲ ਵਾ। ਭਾਵੇਂ ਕੋਈ ਗ੍ਰਸਤੀ ਹੋਵੇ, ਭਾਵੇਂ ਕੋਈ ਗ੍ਰਸਤ ਦਾ ਤਿਆਗੀ ਹੋਵੇ, ਸੇਵਾ ਤੇ ਸਿਮਰਨ ਦੋਵਾਂ ਨੂੰ ਕਰਨਾ ਪਵੇਗਾ ਤਾਂ ਹੀ ਜੀਵਨ ਸਫਲ ਹੋਵੇਗਾ। ਬੰਦਗੀ ਦੋਵਾਂ ਨੂੰ ਕਰਨੀ ਪੈਣੀ, ਵਿਕਾਰ ਦੋਵਾਂ ਨੂੰ ਛੱਡਣੇ ਪੈਣੇ। ਅੱਗੇ ਜਾ ਕੇ ਪੰਥ ਵਿੱਚ 2 ਮਹਾਨ ਸ਼ਖਸੀਅਤਾਂ, ਉਂਝ ਤਾਂ ਕਈ ਹੋਈਆਂ ਸਾਧ ਸੰਗਤ ਜੀ, 2 ਮਹਾਨ ਸ਼ਖਸੀਅਤਾਂ ਹੋਰ ਹੋਈਆਂ। ਇੱਕ ਧੰਨ ਧੰਨ ਭਾਈ ਮਣੀ ਸਿੰਘ ਸਾਹਿਬ ਜੀ ਸ਼ਹੀਦ, ਦੂਜੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ। ਭਾਈ ਮਣੀ ਸਿੰਘ ਜੀ ਗ੍ਰਸਤੀ ਹੋਏ, ਉਹਨਾਂ ਦੇ 10 ਸੁਪੁੱਤਰ ਹੋਏ ਭਾਈ ਮਣੀ ਸਿੰਘ ਸਾਹਿਬ ਜੀ ਦੇ। ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਭਾਈ ਚਿੱਤਰ ਸਿੰਘ ਆਦਿਕ ਉਹਨਾਂ ਦੇ ਪੁੱਤਰ ਹੋਏ ਆ। ਭਾਈ ਉਦੇ ਸਿੰਘ ਨੂੰ ਸਾਰੇ ਹੀ ਜਾਣਦੇ ਆ, ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ। ਭਾਈ ਬਚਿੱਤਰ ਸਿੰਘ ਜੀ ਨੂੰ ਸਾਰੇ ਜਾਣਦੇ, ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਸਨ, ਜਿਨ੍ਹਾਂ ਨੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ ਸੀ, 7 ਤਵੀਆਂ ਪਾੜ ਕਰਕੇ ਮੱਥੇ ਵਿੱਚ ਜਾ ਕੇ ਵੱਜੀ ਸੀ ਕਲਗੀਧਰ ਪਾਤਸ਼ਾਹ ਦੇ ਥਾਪੜੇ ਦੇ ਨਾਲ। ਉਹ ਭਾਈ ਮਣੀ ਸਿੰਘ ਜੀ ਗ੍ਰਸਤੀ ਹੋਏ ਤੇ ਉਹਨਾਂ ਦੇ ਨਾਲ ਹੀ ਦੂਸਰੇ ਗੁਰੂ ਕੇ ਪਿਆਰੇ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ ਨੇ ਵਿਆਹ ਨਹੀਂ ਕਰਵਾਇਆ, ਉਹ ਤਿਆਗੀ ਹੋਏ, ਉਹ ਬਾਲ ਬ੍ਰਹਮਚਾਰੀ ਹੋਏ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ ਤੇ ਦੋਵੇਂ ਗੁਰੂ ਘਰ ਦੇ ਵਿੱਚ ਪ੍ਰਵਾਨ। ਦੋਵੇਂ ਮਾਰਗ ਹਨ, ਪਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪੁਰਾਤਨ ਸਮੇਂ ਵਿੱਚ ਕਿਹਾ ਜਾਂਦਾ ਸੀ ਨਾ ਕਿ ਪ੍ਰਭੂ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਗ੍ਰਸਤ ਛੱਡਣਾ ਪਵੇਗਾ, ਮਹਾਰਾਜ ਕਹਿੰਦੇ ਨਹੀਂ ਭਾਈ, ਗ੍ਰਸਤੀ ਹੋ ਕਰਕੇ ਵੀ ਕੋਈ ਬੰਦਗੀ ਕਰਕੇ ਪਰਮੇਸ਼ਰ ਦੀ ਖੁਸ਼ੀ ਲੈ ਸਕਦਾ, ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ ਗ੍ਰਸਤ ਵਿੱਚ ਰਹਿ ਕੇ। ਭਗਤ ਵੀ ਗ੍ਰਸਤੀ ਹੋਏ, ਭਗਤ ਕਬੀਰ ਸਾਹਿਬ ਜੀ, ਨਾਮਦੇਵ ਸਾਹਿਬ ਜੀ, ਇਸੇ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ, ਇਹ ਸਾਰੇ ਪ੍ਰਭੂ ਦੇ ਪਿਆਰੇ ਗ੍ਰਸਤੀ ਵੀ ਹੋਏ ਆ। ਤੇ ਗ੍ਰਸਤ ਦੀ ਮਹਾਨਤਾ ਵੀ ਹੈ। ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਰਾਜੇ ਸ਼ਿਵਨਾਭ ਨੇ, ਕਹਿਣ ਲੱਗੇ ਵੀ ਮਹਾਰਾਜ ਸੰਸਾਰ ਦੇ ਵਿੱਚ 4 ਜਿਹੜੇ ਆਸ਼ਰਮ ਹਨ, ਇੱਕ ਬ੍ਰਹਮਚਾਰੀ, ਦੂਸਰਾ ਗ੍ਰਸਤੀ, ਫਿਰ ਇਸੇ ਤਰ੍ਹਾਂ ਬਾਣਪ੍ਰਸਤੀ, ਚੌਥਾ ਸੰਨਿਆਸੀ। ਇਹਨਾਂ ਚੋਂ ਮਹਾਰਾਜ ਆਮ ਸੰਸਾਰ ਦੇ ਲੋਕ 3 ਆਸ਼ਰਮਾਂ ਨੂੰ ਤੇ ਵੱਡਾ ਮੰਨਦੇ ਆ ਤੇ ਗ੍ਰਸਤ ਆਸ਼ਰਮ ਨੂੰ ਛੋਟਾ, ਇਹਦੀ ਨਿੰਦਿਆ ਵੀ ਕਰਦੇ, ਇਹਨੂੰ ਮਾੜਾ ਕਹਿੰਦੇ ਆ। ਰਾਜੇ ਸ਼ਿਵਨਾਭ ਨੇ ਪੁੱਛਿਆ ਸੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਰਾਜਨ, ਸਾਰੇ ਹੀ ਆਪਣੇ ਥਾਂ ਤੇ ਠੀਕ ਆ, ਪਰ ਗ੍ਰਸਤ ਧਰਮ ਜਿਹੜਾ ਹੈ, ਗ੍ਰਸਤ ਆਸ਼ਰਮ ਇਹ ਪ੍ਰਧਾਨ ਹੈ, ਇਹ ਸਭ ਤੋਂ ਵੱਡਾ ਹੈ। ਗ੍ਰਸਤ ਆਸ਼ਰਮ ਇਸ ਤਰ੍ਹਾਂ ਹੈ ਜਿਵੇਂ ਮੁੱਢ ਹੁੰਦਾ ਹੈ ਦਰਖਤ ਦਾ। ਬਾਕੀ ਜਿਹੜੇ ਆਸ਼ਰਮ ਆ ਬ੍ਰਹਮਚਾਰੀ, ਸੰਨਿਆਸੀ, ਬਾਣਪ੍ਰਸਤੀ, ਉਹ ਇਸ ਤਰ੍ਹਾਂ ਵਾ ਜਿਵੇਂ ਟਾਹਣੇ ਟਾਹਣੀਆਂ ਤੇ ਪੱਤੇ ਹੁੰਦੇ। ਜੇ ਮੁੱਢ ਹੋਵੇਗਾ ਤੇ ਟਾਹਣਾ ਹੋਵੇਗਾ, ਜੇ ਮੁੱਢ ਹੋਵੇਗਾ ਤੇ ਟਾਹਣੀਆਂ ਹੋਣਗੀਆਂ, ਜੇ ਮੁੱਢ ਹੋਵੇਗਾ ਤੇ ਪੱਤੇ ਹੋਣਗੇ, ਜੇ ਮੁੱਢ ਹੀ ਨਾ ਹੋਇਆ ਤੇ ਉੱਤੇ ਕੁਝ ਨਹੀਂ ਹੋਣਾ। ਫਿਰ ਇਸ ਕਰਕੇ ਗ੍ਰਸਤ ਦੇ ਵਿੱਚੋਂ ਹੀ ਬਾਕੀ ਸਾਰੇ ਪੈਦਾ ਹੋਏ ਆ, ਜਿੰਨੇ ਪੀਰ ਫਕੀਰ
जिन्ने ब्रह्मचारी सन्यासी मानप्रस्ती सारे प्रकार के जिहड़े साधु आ उन्हां नूं महाराज कहंदे राजा गरीब नवाज कहन लगे कि हे राजा ये गृहस्थ धर्म ही पैदा करने वाला है। इस करके गृहस्थ आश्रम जिहड़ा है सब तो वड्डा है ते प्रधान है। भाई गुरदास साहब जी ने भी अपनी रचना विच आख्या, वो कहंदे जैसे सर सरता सकल मैं समुंदर बड्डो मेर मैं सुमेर बड्डो जगत बखान है। कहंदे नदियां नाले किन्ने आ संसार दे विच, पर सारियां दे विचों समुंदर वड्डा है। पहाड़ अनेकां वा, सारे पहाड़ां विचों सुमेर पर्वत वड्डा है। जैसे सर सरता सकल मैं समुंदर बड्डो मेर मैं सुमेर बड्डो जगत बखान है। इसे प्रकार धातां अनेकां हन, उन्हां धातां विचों सोना कीमती मन्निया जाता है। इसे तरह जिन्ने पंछी उन्हां पंछियां दे विचों हंस जिहड़ा उसनूं महान मन्निया जाता है। दरख्तां विचों चंदन महान मन्निया जाता है। ज्ञानां विचों गुरु का ज्ञान, ध्यानां विचों गुरु का ध्यान। कहंदे बाकी जिन्ने भी ये संसार दे मत वा धर्म आ उन्हां विचों गृहस्थ जिहड़ा ये प्रधान है। ज्ञानन में ज्ञान यार ध्यानन में ध्यान गुर सकल धर्म में गृहस्थ प्रधान। ਤਾਂ ਕਹਿੰਦੇ ਗੁਰੂ ਘਰ ਦੇ ਰਬਾਬੀ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰਿਓਂ ਗੰਗ ਵਹਾਈ ਹੈ। ਹੋਰੀ ਗੰਗਾ ਜਿਹੜੀ ਉਹ ਵਗਾ ਦਿੱਤੀ ਹੈ। ਦੁਨੀਆ ਕਹਿੰਦੀ ਹੈ ਕੀ ਕਰ ਦਿੱਤਾ ਹੈ। ਉਸ ਨੇ ਭਾਵ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕੀ ਅਚਰਜ ਕੌਤਕ ਕਰ ਦਿੱਤਾ ਹੈ ਕਿ ਆਪਣੇ ਚੇਲੇ ਨੂੰ ਆਪਣੇ ਥਾਂ ਤੇ ਗੁਰੂ ਥਾਪ ਦਿੱਤਾ, अपने सेवक नूं आप मत्था टेक दिता। लोग घर घाट छड्ड के बाहर जांदे सी प्रभु प्राप्ति वास्ते, मन की एकाग्रता वास्ते, ते धन श्री गुरु नानक देव साहब जी ने उल्टी गंगा वगा दी है। कह दिता कि गृहस्थ विच रह के तुसीं शब्द नाल जुड़ के नाम नाल जुड़ करके चित्त की एकाग्रता प्राप्त कर सकते हो, प्रभु की प्राप्ति कर सकते हो, गृहस्थ विच रह करके अपना जीवन सफला कर सकते हो। ये दुनिया अचरज होई ये गल कहंदी है। इसे प्रकार जो बिरती रूपी गंगा सी ਇਹਦਾ प्रवाह बाहर ਨੂੰ ਚੱਲਦਾ ਸੀ, ਬਾਹਰ ਮੁਖੀ। ਬਿਰਤੀ ਅੱਖਾਂ ਰਾਹੀਂ ਨਿਕਲ ਕਰਕੇ ਬਾਹਰ ਜਾਂਦੀ ਸੀ ਤਰ੍ਹਾਂ ਤਰ੍ਹਾਂ ਦੇ ਰੰਗ ਰੂਪ ਤੱਕਣ ਵਾਸਤੇ, ਕੰਨਾਂ ਰਾਹੀਂ ਨਿਕਲ ਕੇ ਬਾਹਰ ਜਾਂਦੀ ਸੀ ਕਈ ਤਰ੍ਹਾਂ ਦੇ ਆਵਾਜ਼ੇ ਸੁਣਨ ਵਾਸਤੇ, ਰਸਨਾ ਰਾਹੀਂ ਬਿਰਤੀ ਨਿਕਲ ਕੇ ਬਾਹਰ ਜਾਂਦੀ ਸੀ ਕਈ ਤਰ੍ਹਾਂ ਦੇ ਰਸ ਚੱਖਣ ਵਾਸਤੇ, ਨਾਸਕਾਂ ਰਾਹੀਂ ਨਿਕਲ ਕੇ ਬਿਰਤੀ ਬਾਹਰ ਜਾਂਦੀ ਸੀ ਕਈ ਤਰ੍ਹਾਂ ਦੀਆਂ ਸੁਗੰਧੀਆਂ ਲੈਣ ਵਾਸਤੇ। ਇਹ ਬਾਹਰ ਮੁਖੀ ਜਿਹੜੀ ਗੰਗਾ ਵਗ ਰਹੀ ਸੀ ਨਾ, ਬਿਰਤੀ ਰੂਪੀ ਗੰਗਾ, ਤੇ ਆਪਣੇ ਸ਼ਬਦ ਦੀ ਕਲਾ ਵਰਤਾ ਕਰਕੇ ਗੁਰਸਿੱਖਾਂ ਦੀ ਬਿਰਤੀ ਅੰਤਰਮੁਖ ਕਰ ਦਿੱਤੀ, ਅੰਦਰ ਨੂੰ ਪ੍ਰਵਾਹ ਚਲਾ ਦਿੱਤਾ ਹੈ ਸ਼ਬਦ ਦੇ ਨਾਲ ਜੋੜ ਕਰਕੇ। ਉਲਟੀ ਗੰਗ ਵਹਾਇਓ, ਇਹ ਹੋਰਿਓਂ ਗੰਗ ਵਹਾਈ ਹੈ। ਇਹ ਹੋਰ ਹੀ ਮਹਾਰਾਜ ਸਾਹਿਬ ਜੀ ਨੇ ਜਿਹੜੀ ਗੰਗਾ ਹੈ ਇਹ ਅੰਤਰਮੁਖੀ ਇਹ ਵਗਾ ਦਿੱਤੀ ਹੈ। ਦੁਨੀਆਈ ਆਖੈ ਕਿ ਕਿਉਂ, ਦੁਨੀਆ ਕਹਿੰਦੀ ਇਹ ਕੀ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਐਸੀ ਆਪਣੀ ਕਲਾ ਵਰਤਾਈ ਹੈ। ਗੁਰਸਿੱਖਾਂ ਦਾ ਐਸਾ ਇਕਾਗਰ ਚਿੱਤ ਕਰ ਦਿੱਤਾ ਹੈ ਕਿ ਜੰਗਲਾਂ ਵਿੱਚ ਜਾਣ ਵਾਲੇ ਜੋਗੀਆਂ ਦੀ ਵੀ ਇੰਨੀ ਇਕਾਗਰਤਾ ਨਹੀਂ ਹੁੰਦੀ ਜਿੰਨੀ ਇਕਾਗਰਤਾ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ ਦਿੱਤੀ ਹੈ। ਫਿਰ ਗ੍ਰਸਥ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਸੋ ਪ੍ਰਭੂ ਦੀ ਬੰਦਗੀ ਕਰਨ ਵਾਲਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਐਸਾ ਇਹ ਅਚਰਜ ਕੌਤਕ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਦੁਨੀਆ ਇਸ ਤਰ੍ਹਾਂ ਕਹਿੰਦੀ ਹੈ ਹੈਰਾਨ ਹੋਈ, ਨਾਨਕ ਈਸ਼ਰ ਜਗਨਾਥ, ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਈਸ਼ਵਰ ਸਰੂਪ ਹਨ, ਜਗਨਾਥ, ਜਗ ਦੇ ਨਾਥ ਮਾਲਕ ਹਨ। ਜੋ ਜਗ ਦਾ ਮਾਲਕ ਪਰਮੇਸ਼ਰ ਹੈ ਉਸੇ ਦਾ ਹੀ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਉੱਚ ਹੱਦੀ ਵੈਣ ਨਿਰਗਿਓ ਨਾ, ਜੋ ਸੰਸਾਰ ਦੀਆਂ ਹੱਦਾਂ ਬਣੀਆਂ ਹੋਈਆਂ ਸੀ ਨਾ, ਉਪਾਸ਼ਨਾ ਦੀ, ਕਰਮ ਕਾਂਡ ਦੀ, ਗਿਆਨ ਕਾਂਡ ਦੀਆਂ ਹੱਦਾਂ ਬਣੀਆਂ ਹੋਈਆਂ ਸਨ। ਉਹ ਉਪਾਸ਼ਨਾ ਗਿਆਨ ਤੋਂ ਵੀ ਉੱਚੇ ਬਚਨ, ਇਸੇ ਤਰ੍ਹਾਂ ਕਰਮ ਕਾਂਡ ਤੋਂ ਵੀ ਉੱਚੇ ਬਚਨ, ਗਿਆਨ ਕਾਂਡ ਤੋਂ ਵੀ, ਸੰਸਾਰੀ ਗਿਆਨ ਤੋਂ ਵੀ ਜਿਹੜੇ ਉੱਚੇ ਬਚਨ ਹਨ। ਇਹ ਹੱਦਾਂ ਜਿਹੜੀਆਂ ਬਣੀਆਂ ਹੋਈਆਂ ਸੀ ਸੰਸਾਰ ਵਿੱਚ, ਉੱਚ ਹੱਦੀ, ਹੱਦਾਂ ਤੋਂ ਉੱਚੇ ਵੈਣ ਨਾਮ ਹੈ ਬਚਨਾਂ ਦਾ। ਵਿਰਕਿਉਣ ਉਚਾਰਨ ਕੀਤੇ ਮਹਾਰਾਜ ਨੇ, ਵਰਣਨ ਕੀਤੇ ਆ, ਆਪਣੀ ਰਸਨਾ ਤੋਂ ਵਰਣਨ ਕੀਤੇ ਆ। ਸੰਸਾਰੀ ਹੱਦਾਂ ਬੰਨੇ ਜਿਹੜੇ ਬਣੇ ਹੋਏ ਸੀ ਉਹਨਾਂ ਤੋਂ ਉੱਚੇ ਬਚਨ ਮਹਾਰਾਜ ਸਾਹਿਬ ਜੀ ਨੇ ਕਥਨ ਕੀਤੇ।
ਸੰਸਾਰੀ ਹੱਦਾਂ ਬਣੀਆਂ ਹੋਈਆਂ ਸੀ ਕਿ ਪਿਤਾ ਜਿਹੜਾ ਹੈ ਉਹ ਆਪਣਾ ਖਜ਼ਾਨਾ, ਆਪਣੀ ਜ਼ਮੀਨ ਜਾਇਦਾਦ ਆਪਣੇ ਪੁੱਤਰ ਨੂੰ ਹੀ ਦਿੰਦਾ ਹੈ। ਇਹ ਸੰਸਾਰ ਦੀ ਹੱਦ ਬਣੀ ਹੋਈ ਸੀ, ਪਰ ਇਸ ਹੱਦ ਨੂੰ ਤੋੜ ਕਰਕੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਬਾਬਾ ਲਹਿਣਾ ਜੀ ਨੂੰ ਸਾਰਾ ਕੁਝ ਖਜ਼ਾਨਾ ਬਖਸ਼ ਦਿੱਤਾ, ਰੂਹਾਨੀ ਖਜ਼ਾਨਾ। ਗੁਰਤਾ ਗੱਦੀ ਦਾ ਤਖਤ ਆਪਣੇ ਸੇਵਕ ਨੂੰ ਦੇ ਦਿੱਤਾ ਹੈ। ਸੰਸਾਰ ਦੇ ਹੱਦਾਂ ਬੰਨਿਆਂ ਤੋਂ ਜਿਹੜੇ ਉੱਚੇ ਵੈਣ ਬਚਨ ਵਿਰਕੇ ਆਉਣ, ਉਹਨਾਂ ਦਾ ਮਹਾਰਾਜ ਨੇ ਵਰਣਨ ਕੀਤਾ, ਉਚਾਰਨ ਕੀਤੇ ਹਨ। ਆਧਾਨ ਪਰਬਤ ਕਰ, ਜਿਵੇਂ ਦੇਵਤਿਆਂ ਨੇ ਤੇ ਦੈਂਤਾਂ ਨੇ ਮਿਲ ਕਰਕੇ ਸਾਧ ਸੰਗਤ ਜੀ ਮੰਦਰਾਚਲ ਪਰਬਤ ਦਾ ਮਧਾਣਾ ਬਣਾਇਆ ਸੀ। ਜਿਵੇਂ ਦੁੱਧ ਨੂੰ ਰਿੜਕਣ ਵਾਸਤੇ ਮਾਈਆਂ ਮਧਾਣੀ ਪਾਉਂਦੀਆਂ ਨੇ ਚਾਟੀ ਦੇ ਵਿੱਚ, ਤੇ ਫਿਰ ਉਹ ਰੱਸੀ ਪਾਈ ਹੁੰਦੀ, ਉਹਨੂੰ ਨੇਤਰਾ ਕਿਹਾ ਜਾਂਦਾ ਹੈ। ਉਹ ਨੇਤਰਾ ਫਿਰ ਗੇੜ ਕਰਕੇ ਤੇ ਫਿਰ ਮਧਾਣੀ ਚਲਾ ਕੇ ਤੇ ਦਹੀਂ ਨੂੰ ਰਿੜਕ ਕਰਕੇ ਤੇ ਉਹਦੀ ਲੱਸੀ ਬਣਾਈ ਜਾਂਦੀ ਤੇ ਮੱਖਣ ਕੱਢਿਆ ਜਾਂਦਾ। ਇਸੇ ਤਰ੍ਹਾਂ ਉਹ ਦੇਵਤਿਆਂ ਦੇ ਪਾਸੋਂ ਦੈਂਤਾਂ ਨੇ ਉਹਨਾਂ ਦਾ ਖਜ਼ਾਨਾ, ਉਹਨਾਂ ਦੇ ਰਤਨ ਖੋਹ ਲਏ ਸਨ ਤੇ ਉਹ ਇਸ ਸਮੁੰਦਰ ਦੇ ਵਿੱਚ ਪਾ ਦਿੱਤੇ। ਤੇ ਬਾਅਦ ਵਿੱਚ ਜਿਸ ਵੇਲੇ ਕੱਢਣ ਲੱਗੇ ਕਹਿੰਦੇ ਕਿ ਫਿਰ ਮੰਦਰਾਚਲ ਪਰਬਤ ਨੂੰ ਪਾਇਆ ਸੀ। ਮਾਧਾਣਾ ਪਰਬਤਕਾਰ, ਮਧਾਣਾ ਜਿਹੜਾ ਹੈ ਉਹ ਇਹ ਪਰਬਤ ਦਾ, ਮੰਦਰਾਚਲ ਪਰਬਤ ਦਾ ਮਧਾਣਾ ਬਣਾਇਆ ਸੀ। ਤੇ ਨੇਤਰ ਬਾਸਕ, ਜੋ ਬਾਸ਼ਕ ਨਾਗ ਹੈ ਉਹਦਾ ਨੇਤਰਾ ਪਾਇਆ ਸੀ। ਜਿਵੇਂ ਰੱਸੀ ਪਾ ਕਰਕੇ ਮਧਾਣੀ ਰਿੜਕੀ ਜਾਂਦੀ, ਇਸ ਤਰ੍ਹਾਂ ਉਹ ਨੇਤਰਾ ਪਾਇਆ ਸੀ, ਰੱਸਾ ਪਾਇਆ ਸੀ ਬਾਸਕ ਨਾਗ ਦਾ। ਨੇਤਰ ਬਾਸਕ, ਹਾਂਜੀ, ਸ਼ਬਦ ਰਿੜਕਿਓ ਨਾ, ਤੇ ਸ਼ਬਦ ਨਾਮ ਹੈ ਸਮੁੰਦਰ ਦਾ। ਸਮੁੰਦਰ ਨੂੰ ਰਿੜਕਣਾ ਕੀਤਾ ਸੀ ਦੇਵਤਿਆਂ ਨੇ ਤੇ ਦੈਂਤਾਂ ਨੇ ਮਿਲ ਕਰਕੇ। 14 ਰਤਨ ਨਿਕਾਲਿਆ ਨਾ, ਤੇ ਫਿਰ ਵਿੱਚੋਂ ਕੀ ਕੱਢਿਆ ਸੀ? 14 ਰਤਨ। 14 ਰਤਨ ਕੱਢੇ ਸਨ। ਲక్ష్ਮੀ ਕੱਢੀ ਸੀ, ਕੌਸਤਕ ਮਣੀ ਕੱਢੀ ਸੀ, ਰੰਭਾ ਨਿਕਲੀ ਸੀ, ਅਪਸ਼ਰਾ ਰੰਭਾ ਨਾਮ ਦੀ, ਬਾਰਨੀ ਸ਼ਰਾਬ ਨਿਕਲੀ ਸੀ ਵਿੱਚੋਂ। ਇਸੇ ਪ੍ਰਕਾਰ ਹੋਰ ਸਾਧ ਸੰਗਤ ਜੀ ਇਹ ਜਿਹੜੀ ਚੀਜ਼ਾਂ ਸੀ ਇਹ ਵਿੱਚੋਂ ਕੱਢੀਆਂ ਸੀ। 14 ਇਹਨਾਂ ਦੀ ਗਿਣਤੀ ਆਈ ਹੈ। ਧਨਖ ਕੱਢਿਆ ਸੀ, ਧਨੰਤਰ ਵੈਦ ਵਿੱਚੋਂ ਨਿਕਲਿਆ ਸੀ। ਇਸੇ ਤਰ੍ਹਾਂ ਬਾਜ ਘੋੜਾ ਨਿਕਲਿਆ ਸੀ, ਸੰਖ ਨਿਕਲਿਆ ਸੀ, ਹਾਥੀ ਨਿਕਲਿਆ ਸੀ। ਇਹ ਆਦਿਕ ਜਿਹੜੇ ਇਹ 14 ਰਤਨ ਸੀ। ਉਸ ਮੌਕੇ ਦੇ ਉੱਤੇ 14 ਰਤਨ ਨਿਕਾਲਿਆਂ ਦੇਵਤਿਆਂ ਤੇ ਦੈਂਤਾਂ ਨੇ ਜਦੋਂ ਰਿੜਕਿਆ ਸੀ ਸਮੁੰਦਰ, ਉਸ ਮੌਕੇ ਤੇ ਕੱਢੇ ਸਨ। ਕਰ ਆਵਾ ਕੌਣ ਚਿਲਕਿਓ ਨਾ, ਸੋ ਇਸੇ ਪ੍ਰਕਾਰ ਦੇ ਨਾਲ ਇਹ ਪਿਛਲੀ ਪੰਕਤੀ ਫੇਰ ਪੜੀਏ। ਮਾਧਾਣਾ ਪਰਬਤ, ਮਾਧਾਣਾ ਪਰਬਤ ਕਰ, ਨੇਤਰ ਬਾਸਕ। ਹਾਂ, ਕਹਿੰਦੇ ਕਿ ਜਿਵੇਂ ਉਹਨਾਂ ਨੇ ਬਣਾਇਆ ਸੀ ਨਾ ਪਰਬਤ ਨੂੰ ਮਾਧਾਣਾ, ਮਾਧਾਣੀ ਦੀ ਥਾਂ ਤੇ ਬਾਸਕ ਨਾਗ ਦਾ ਨੇਤਰਾ ਪਾਇਆ ਸੀ, ਇਸੇ ਤਰ੍ਹਾਂ ਇਧਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਵੀ ਸ਼ੁਭ ਗੁਣਾ ਰੂਪੀ ਰਤਨ ਦਿੱਤੇ ਕੱਢ ਕੇ ਗੁਰਸਿੱਖਾਂ ਨੂੰ। ਤਾਂ ਮਾਧਾਣਾ ਕਿਹੜਾ ਬਣਾਇਆ ਹੈ? ਉਹ ਨਿਸ਼ਚਾ ਰੂਪੀ ਮਧਾਣਾ ਬਣਾਇਆ, ਕਿਉਂਕਿ ਨਿਸ਼ਚੇ ਤੋਂ ਬਿਨਾਂ ਗੱਲ ਨਹੀਂ ਬਣਦੀ ਹੈ, ਭਰੋਸੇ ਤੋਂ ਬਿਨਾਂ। ਇਹ ਪਰਬਤ ਜਿਵੇਂ ਅਡੋਲ ਹੁੰਦਾ ਹੈ ਨਾ, ਇੱਕ ਥਾਂ ਤੇ ਟਿਕਿਆ ਹੋਇਆ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪਰਬਤ ਦੀ ਤਰ੍ਹਾਂ ਅਡੋਲ ਨਿਸ਼ਚਾ ਜੋ ਦਿੱਤਾ ਹੈ ਨਾ, ਅਡੋਲ ਭਰੋਸਾ ਦਿੱਤਾ ਹੈ। ਇਹ ਤਾਂ ਮਧਾਣਾ ਬਣਾਇਆ ਹੋਇਆ, ਇਹ ਮਧਾਣੀ ਬਣਾਈ ਹੋਈ ਹੈ। ਨੇਤਰ ਬਾਸਕ ਤੇ ਵੈਰਾਗ ਰੂਪੀ ਸਾਧ ਸੰਗਤ ਜੀ ਨੇਤਰਾ ਪਾਇਆ ਹੋਇਆ ਹੈ। ਸ਼ਬਦ ਰਿੜਕਿਓ ਨਾ, ਤੇ ਸ਼ਬਦ ਦੇ ਨਾਲ ਜੋ ਸੁਰਤ ਜੋੜ ਦਿੱਤੀ ਹੈ, ਪੁਨः ਸ਼ਬਦ ਦਾ ਅਭਿਆਸ, ਨਾਮ ਦਾ ਅਭਿਆਸ ਵਾਰ-ਵਾਰ ਕਰਵਾਇਆ ਹੈ। ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਹੋ ਮਨ ਤਨ ਧਰਪੀਐ, ਵਾਰ-ਵਾਰ ਜਪਣਾ। ਇਹ ਸ਼ਬਦ ਨੂੰ ਰਿੜਕਣਾ ਕੀਤਾ ਹੈ। ਇਹ ਸ਼ਬਦ ਦੀ ਕਮਾਈ ਕਰਵਾਈ ਹੈ ਗੁਰੂ ਸਾਹਿਬ ਜੀ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਕਿ ਭਾਈ ਸਾਰਾ ਖਜ਼ਾਨਾ ਅੰਦਰ ਹੀ ਹੈ, ਇਹ ਸ਼ਬਦ ਨੂੰ ਰਿੜਕੋ, ਮੰਥਨ ਕਰੋ ਸ਼ਬਦ ਦੇ ਦੁਆਰਾ, ਸੁਰਤ ਨੂੰ ਜੋੜ ਕਰਕੇ ਸ਼ਬਦ ਦੇ ਨਾਲ, ਫਿਰ ਪ੍ਰਾਪਤ ਹੋਵੇਗਾ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹੇਸ਼ ਕਾ ਵਿਸਰਾਮ। ਜੋ ਦੇਹੀ ਦੇ ਵਿੱਚ ਹੀ ਸਾਰਾ ਖਜ਼ਾਨਾ। ਤਾਂ ਇਸ ਪ੍ਰਕਾਰ ਇਹ ਸ਼ਬਦ ਦੇ ਨਾਲ ਜੋੜ ਕਰਕੇ ਰਿੜਕਿਓ ਨੂੰ ਮੰਥਨ ਕੀਤਾ ਹੈ, ਰਿੜਕਣਾ ਕੀਤਾ ਹੈ। ਸ਼ਬਦ ਉਪਦੇਸ਼ ਦੀ ਵਿਚਾਰ ਨੂੰ ਆਪਣੇ ਹਿਰਦੇ ਵਸਾਇਆ ਹੈ। 14 ਰਤਨ ਨਿਕਾਲਿਆ ਨਾ, ਫਿਰ 14 ਰਤਨ ਕੱਢ ਕੇ ਦਿੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਸੋ ਸ਼ੁਭ ਗੁਣਾ ਰੂਪੀ 14 ਰਤਨ ਜੋ ਧਰਮ ਦੇ ਗੁਣ ਹਨ,
ਇਹ ਵੱਖ-ਵੱਖ ਸ਼ੁਭ ਗੁਣ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ, 10 ਜਾਨ। ਇਹ ਮਹਾਰਾਜ ਸਾਹਿਬ ਜੀ ਨੇ ਸ਼ੁਭ ਗੁਣ ਜਿਹੜੇ ਹਨ ਇਹ 14 ਰਤਨ ਕੱਢ ਕੇ ਦਿੱਤੇ ਹਨ ਹਿਰਦੇ ਦੇ ਵਿੱਚੋਂ ਹੀ। ਤੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਆਵਾਗੌਣ ਹੈ ਨਾ, ਜੰਮਣਾ ਮਰਨਾ, ਇਹ ਆਪਣੇ ਗੁਰਸਿੱਖਾਂ ਦਾ ਮੇਟ ਦਿੱਤਾ ਹੈ। ਚਿਲਕੇ ਆਉਣ, ਸੋ ਇਹ ਹਿਰਦਾ ਜਿਹੜਾ ਹੈ ਉਹ ਲਿਸ਼ਕਾ ਦਿੱਤਾ ਹੈ। ਚਿਲਕੇ ਆਉਣ ਪ੍ਰਕਾਸ਼ ਦੇ ਸ਼ਹਿਤ ਕਰ ਦਿੱਤਾ ਹੈ। ਹਿਰਦੇ ਦੇ ਵਿੱਚ ਇਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਆਪਣਾ ਸ਼ਬਦ ਵਸਾ ਦਿੱਤਾ ਹੈ। ਤੇ ਆਵਾਗੌਣ ਮੇਟ ਕਰਕੇ ਤੇ ਚਿਲਕੇ ਆਉਣ ਸੋ ਪ੍ਰਕਾਸ਼ ਦੇ ਸਹਿਤ ਕਰ ਦਿੱਤਾ ਹੈ ਗੁਰਸਿੱਖਾਂ ਦਾ ਅੰਦਰ। ਏਡੀ ਵੱਡੀ ਜਿਸ ਪਰਮੇਸ਼ਰ ਨੇ ਇਹ ਨਾਮ ਹੈ ਅਸਚਰਜ ਦਾ। ਅਸਚਰਜ ਜਿਹੜੀ ਹੈ ਉਹ ਕੁਦਰਤ ਸ਼ਕਤੀ ਵੇਖਾਲੀਅਨ ਵਿਖਾਉਣਾ ਕੀਤੀ ਹੈ। ਜਿਸ ਪਰਮੇਸ਼ਰ ਵਾਹਿਗੁਰੂ ਜੀ ਨੇ ਐਵਡ ਏਡਾ ਵੱਡਾ ਪਿੰਡ, ਇਹ ਜਿਹੜਾ ਪਿੰਡ ਹੈ ਬ੍ਰਹਿਮੰਡ ਰੂਪੀ, ਠਿਣ ਕੇ ਆਉਣ, ਇਸ ਨੂੰ ਸਾਧ ਸੰਗਤ ਜੀ ਠਹਿਰਾਉਣਾ ਕੀਤਾ ਹੈ, ਇਸ ਨੂੰ ਟਿਕਾਉਣਾ ਕੀਤਾ। ਇਹ ਬ੍ਰਹਿਮੰਡ, ਕਰੋੜਾਂ ਬ੍ਰਹਿਮੰਡ ਜੋ ਹਨ ਪਰਮੇਸ਼ਰ ਵਾਹਿਗੁਰੂ ਜੀ ਨੇ ਸਿਰਜੇ ਤੇ ਆਪਣੇ ਆਸਰੇ ਦੇ ਉੱਤੇ ਏਡੇ ਵੱਡੇ ਇਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਠਿਣ ਕੇ ਆਉਣ ਆਪਣਾ ਆਸਰਾ ਦਿੱਤਾ ਤੇ ਇਹਨਾਂ ਨੂੰ ਟਿਕਾਇਆ ਹੋਇਆ। ਤੇ ਏਡੀ ਵੱਡੀ ਜਿਸ ਪਰਮੇਸ਼ਰ ਨੇ ਇਹ ਕੁਦਰਤ ਆਪਣੀ ਸ਼ਕਤੀ ਵਿਖਾਈ ਹੋਈ ਹੈ, ਕੋਈ ਛੋਟੀ ਜੀ ਚੀਜ਼ ਸਾਧ ਸੰਗਤ ਜੀ ਆਪਣੇ ਆਸਰੇ ਤੇ ਨਹੀਂ ਖਲੋਂਦੀ ਹੈ, ਉਹਨੂੰ ਕੋਈ ਨਾ ਕੋਈ ਆਸਰਾ ਚਾਹੀਦਾ ਹੈ। ਤੇ ਪਰਮੇਸ਼ਰ ਵਾਹਿਗੁਰੂ ਜੀ ਨੇ ਕਰੋੜਾਂ ਬ੍ਰਹਿਮੰਡ ਜਿਹੜੇ ਹਨ ਇਹ ਆਪਣੇ ਆਸਰੇ ਦੇ ਉੱਤੇ ਖਿਲਾਰੇ ਹੋਏ ਹਨ। ਪਰਮੇਸ਼ਰ ਦੀ ਸ਼ਕਤੀ ਏਡੀ ਵੱਡੀ ਇਹ ਸੰਸਾਰ ਨੂੰ ਵਿਖਾਈ ਹੈ। ਜਿਸ ਪਰਮੇਸ਼ਰ ਨੇ ਏਡੀ ਵੱਡੀ ਇਹ ਕੁਦਰਤ ਇਹ ਸ਼ਕਤੀ ਵਿਖਾਲੀ ਹੈ ਨਾ, ਏਡਾ ਵੱਡਾ ਬ੍ਰਹਿਮੰਡ ਜਿਸ ਨੇ ਆਪਣੇ ਆਸਰੇ ਤੇ ਟਿਕਾਇਆ ਹੋਇਆ, ਉਹ ਪਰਮੇਸ਼ਰ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਦੇ ਸੀਸ ਉੱਤੇ ਗੁਰਤਾ ਗੱਦੀ ਦਾ ਛਤਰ ਧਰ ਦਿੱਤਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਮ ਹੈ ਬਾਬਾ ਲਹਿਣਾ ਜੀ। ਮਹਾਰਾਜ ਨੇ ਆਖਿਆ ਸੀ ਨਾ, ਪੁਰਖਾ ਤੇਰਾ ਨਾਮ ਕੀ? ਮਹਾਰਾਜ ਨੇ ਆਖਿਆ ਜੀ ਮੇਰਾ ਨਾਮ ਲਹਿਣਾ। ਸਤਿਗੁਰੂ ਕਹਿਣ ਲੱਗੇ ਤੂੰ ਲੈਣਾ ਤੇ ਅਸੀਂ ਦੇਣਾ। ਲਹਿਣੇ ਧਰਿਓਣ ਛਤਰ ਸਿਰ, ਬਾਬਾ ਲਹਿਣਾ ਜੀ ਦੇ ਸੀਸ ਉੱਤੇ ਗੁਰਿਆਈ ਦਾ ਛਤਰ ਧਰ ਦਿੱਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ, ਕਹਿ ਦਿੱਤਾ ਸੀ ਪੁਰਖਾ ਤੁਸੀਂ ਸਾਡੇ ਅੰਗਾਂ ਨਾਲ ਲੱਗ ਕਰਕੇ ਅੰਗਦ ਬਣ ਗਏ ਹੋ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ। ਅਸਮਾਨ ਕਿਆੜਾ ਛਿੱਕੇ ਆਉਣ, ਕਿਆੜਾ ਜੋ ਗਰਦਨ ਹੈ, ਕਿਆੜਾ ਜੋ ਸੀਸ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ, ਉਹ ਅਸਮਾਨ ਤੀਕ ਛਿੱਕੇ ਆਉਣ ਉੱਚਾ ਕਰ ਦਿੱਤਾ ਹੈ। ਅਸਮਾਨ ਤੀਕ ਮਹਾਰਾਜ ਸਾਹਿਬ ਜੀ ਦਾ ਸੀਸ ਉੱਚਾ ਕਰ ਦਿੱਤਾ ਹੈ। ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਸ ਧਰਤੀ ਤੋਂ ਲੈ ਕੇ ਅਸਮਾਨ ਤੀਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਏਡਾ ਉੱਚਾ ਕਰ ਦਿੱਤਾ ਹੈ, ਏਡਾ ਵੱਡਾ ਜਸ ਕਰ ਦਿੱਤਾ ਹੈ। ਸੱਚਖੰਡ ਤੀਕ, ਬੈਕੁੰਠ ਧਾਮ ਤੀਕ, ਭਾਵ ਹਰ ਇੱਕ ਪਾਸੇ ਜਿੱਡੀ ਵੱਡੀ ਸ੍ਰਿਸ਼ਟੀ ਹੈ ਆਪਣੀ ਓਡਾ ਵੱਡਾ ਹੀ ਜਸ ਜਿਹੜਾ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਅਸਮਾਨ ਤੀਕ ਉੱਚਾ ਜਸ, ਉੱਚੀ ਮਹਿਮਾ ਕਰ ਦਿੱਤੀ ਹੈ। ਜੋਤ ਸਮਾਣੀ ਜੋਤ ਮਾਹੇ, ਤੇ ਆਪਣੀ ਜੋਤ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤਾ ਹੈ। ਜੋਤ ਸਮਾਣੀ ਜੋਤ ਮਾਹੇ, ਆਪਣੀ ਜੋਤ ਦੇ ਨਾਲ ਲੀਨ ਕਰ ਲਿਆ ਹੈ ਬਾਬਾ ਲਹਿਣਾ ਜੀ ਨੂੰ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਣਾ ਦਿੱਤਾ ਹੈ। ਜੋਤ ਸਮਾਣੀ ਜੋਤ ਮਾਹੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜੋਤੀ ਸਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜੋਤ ਦੇ ਨਾਲ ਆਪਣੀ ਜੋਤ ਇੱਕਮਿਕ ਕਰ ਦਿੱਤੀ ਹੈ। ਆਪ ਆਪੇ ਸੇਤੀ ਨਿਕਿਓਨਾ, ਕਿਵੇਂ ਕਹਿੰਦੇ ਇੱਕਮਿਕ ਕੀਤਾ ਹੈ ਆਪਣੀ ਜੋਤ ਨੂੰ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ। ਆਪ ਨਾਮ ਇੱਥੇ ਪਾਣੀ ਦਾ ਹੈ ਸਾਧ ਸੰਗਤ ਜੀ। ਆਪ ਨਾਮ ਪਾਣੀ ਨੂੰ ਕਹਿੰਦੇ, ਆਪ ਨਾਮ ਵੀ ਪਾਣੀ ਨੂੰ ਕਿਹਾ ਜਾਂਦਾ, ਆਪ ਵੀ ਪਾਣੀ ਨੂੰ ਕਿਹਾ ਜਾਂਦਾ ਹੈ। ਆਪ ਆਪੇ ਸੇਤੀ ਮਿੱਕੇ ਆਉਣ, ਜਿਵੇਂ ਪਾਣੀ ਪਾਣੀ ਦੇ ਨਾਲ ਮਿੱਕੇ ਆਉਣ ਮਿਲ ਜਾਂਦਾ ਹੈ ਨਾ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਸੇਵਕ ਦੀ ਜੋਤ ਨੂੰ ਆਪਣੀ ਜੋਤ ਦੇ ਨਾਲ ਇੱਕਮਿਕ ਕਰ ਲਿਆ ਹੈ। ਆਪਣੀ ਜੋਤ ਨੂੰ
ਆਪਣੇ ਸੇਵਕ ਦੇ ਅੰਦਰ ਲੀਨ ਕਰ ਦਿੱਤਾ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜਿਵੇਂ ਕਹਿੰਦੇ ਆਪ ਆਪੈ ਸੇਤੀ ਮਿੱਕੇ ਆਉਣ, ਪਾਣੀ ਪਾਣੀ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ ਤੇ ਫਿਰ ਉਹ ਵੱਖਰਾ ਨਹੀਂ ਰਹਿੰਦਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸੇ ਤਰ੍ਹਾਂ ਮਹਾਰਾਜ ਨੇ ਜੋਤ ਨਾਲ ਜੋਤ ਲੀਨ ਕਰ ਦਿੱਤੀ ਹੈ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਆਪ ਆਪੈ ਸੇਤੀ ਮਿੱਕੇ ਹੁਣ, ਆਪਣੇ ਨਾਲ ਇੱਕ ਮੇਕ ਕਰ ਲਿਆ ਹੈ। ਸਿੱਖਾਂ ਪੁੱਤਰਾਂ ਘੋਖ ਕੈ, ਸਿੱਖਾਂ ਨੂੰ ਵੀ ਤੇ ਆਪਣੇ ਪੁੱਤਰਾਂ ਨੂੰ ਵੀ ਘੋਖ ਕੇ ਚੰਗੀ ਤਰ੍ਹਾਂ ਭਾਲ ਕੇ ਖੋਜ ਕੇ ਔਰ ਸੋਧ ਕਰਕੇ। ਸਭ ਉਮਤ ਵੇਖੋ ਜੇ ਕਿਉ, ਸਾਰੀ ਉਮਤ ਸੰਗਤ ਰੂਪੀ, ਇਹ ਸਾਰੀ ਸ੍ਰਿਸ਼ਟੀ ਰੂਪੀ ਜੋ ਉਮਤ ਹੈ ਉਹ ਵੇਖ ਰਹੀ, ਸਾਰੀ ਸੰਗਤ ਵੇਖ ਰਹੀ ਹੈ ਵੀ ਜੇ ਕਿਉਂ ਜੋ ਕੁਝ ਕੀਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਇਹ ਸਿੱਖਾਂ ਨੂੰ ਵੀ ਪਰਖਿਆ, ਪੁੱਤਰਾਂ ਨੂੰ ਵੀ ਪਰਖਿਆ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖ ਕੇ ਭਾਲ ਕੇ ਪਰਖ ਕੇ ਤੇ ਜੋ ਕੁਝ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ। ਜਾਂ ਸੁਧੋਸ ਤਾ ਲਹਿਣਾ ਟਿਕਿਓ, ਜਾਂ ਸੁਧੋਸ ਜਦੋਂ ਵੇਖਿਆ ਨਾ, ਸੋਧ ਕੀਤੀ ਆ ਤੇ ਸੋਧ ਵਿੱਚ ਫਿਰ ਪੂਰੇ ਉਤਰੇ ਬਾਬਾ ਲਹਿਣਾ ਜੀ। ਜਦੋਂ ਬਾਬਾ ਲਹਿਣਾ ਜੀ ਸੁੱਧ ਹੋਏ ਆ, ਉਹ ਪਰਖ ਵਿੱਚ ਪੂਰੇ ਉਤਰੇ ਆ, ਤਾਂ ਲਹਿਣਾ ਟਿਕੇ ਹੋਣ, ਤਾਂ ਬਾਬਾ ਲਹਿਣਾ ਜੀ ਫਿਰ ਟਿਕ ਗਏ ਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਤਖਤ ਦੇ ਉੱਤੇ ਸੋਭਨੀਕ ਹੋ ਗਏ, ਉਹਨਾਂ ਨੂੰ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਹੋਇਆ ਹੈ। ਇਹ 1599 ਬਿਕਰਮੀ ਸੰਮਤ ਦੇ ਵਿੱਚ ਪਹਿਲਾ ਮਿਲਾਪ ਹੋਇਆ ਬਾਬਾ ਲਹਿਣਾ ਜੀ ਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ। 28 ਸਾਲ ਦੀ ਉਮਰ ਦੇ ਵਿੱਚ 7 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹਿ ਕਰਕੇ ਸਿੱਖੀ ਦੀ ਕਮਾਈ ਕੀਤੀ, ਸੇਵਾ ਕੀਤੀ, ਆਗਿਆ ਲੈ ਕੇ ਕਈ ਵਾਰੀ ਵਾਪਸ ਵੀ ਆਇਆ ਕਰਦੇ। ਖਡੂਰ ਸਾਹਿਬ ਆਉਣਾ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਆਪਣੇ ਧੀਆਂ ਪੁੱਤਰਾਂ ਨੂੰ ਮਿਲ ਕਰਕੇ ਜਾਣਾ। ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਮਹਾਰਾਜ ਦੀਆਂ 2 ਪੁੱਤਰੀਆਂ। ਬੀਬੀ ਅਨੋਖੀ ਜੀ ਉਹ ਬਚਪਨ ਦੇ ਵਿੱਚ ਹੀ ਫਿਰ ਚੜ੍ਹਾਈ ਕਰ ਗਏ ਸਨ, ਤੋ ਇਸ ਤਰ੍ਹਾਂ ਵਾਪਸ ਵੀ ਆਉਣਾ, ਫੇਰ ਜਾਣਾ। 7 ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹੇ ਔਰ 1596 ਬਿਕਰਮੀ ਸੰਮਤ ਨੂੰ ਜਦੋਂ ਸਾਧ ਸੰਗਤ ਜੀ 70 ਸਾਲ ਦੇ ਸਰੀਰ ਕਾਰਬਲਾ ਸੀ, ਕੁਝ ਮਹੀਨੇ ਨਾਲ ਜਗਤ ਗੁਰੂ ਬਾਬਾ ਜੀ ਦੀ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ 35 ਸਾਲ ਦੀ ਸਰੀਰ ਕਾਰਬਲਾ, 28 ਸਾਲ ਦੀ ਸਰੀਰ ਕਾਰਬਲਾ ਵਿੱਚ ਚਰਨ ਸ਼ਰਨ ਵਿੱਚ ਹਾਜ਼ਰ ਹੋਏ ਤੇ 7 ਸਾਲ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਤੇ ਸਾਧ ਸੰਗਤ ਜੀ 35 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਫਿਰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ। ਸਿੱਖਾਂ ਨੂੰ ਵੀ ਪਰਖਿਆ, ਪੁੱਤਰਾਂ ਨੂੰ ਵੀ ਪਰਖਿਆ ਤੇ ਫਿਰ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਾ ਤਖਤ ਬਖਸ਼ ਕਰਕੇ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ। ਜਾਂ ਸੁਧ ਹੋਸ ਤਾਂ ਲਹਿਣਾ ਟਿੱਕੇ ਹੋਣ, ਆਪ ਜੀ ਗੁਰਤਾ ਗੱਦੀ ਦੇ ਮਾਲਕ ਬਣ ਗਏ। ਆਪਣੀ ਜੋਤ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਸਥਿਤ ਕਰਕੇ ਸਾਰੀ ਸੰਗਤ ਨੂੰ ਕਹਿ ਦਿੱਤਾ ਕਿ ਸਾਡੀ ਜੋਤ ਭਾਈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਹੈ, ਸਾਡਾ ਹੀ ਸਰੂਪ ਜਾਣ ਕਰਕੇ ਨਮਸਕਾਰਾਂ ਕਰੋ, ਮੱਥਾ ਟੇਕੋ। ਸਾਰਿਆਂ ਨੇ ਨਮਸਕਾਰਾਂ ਕੀਤੀਆਂ ਔਰ ਉਸ ਮੌਕੇ ਤੇ ਆਪ ਜੀ ਨੇ ਕਹਿ ਦਿੱਤਾ ਵੀ ਪੁਰਖਾ ਹੁਣ ਤੁਸੀਂ ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਚਲੇ ਜਾਓ। ਫਿਰ ਖਡੂਰ ਸਾਹਿਬ ਮਹਾਰਾਜ ਸਾਹਿਬ ਜੀ ਆਏ। ਅੱਗੇ ਸਾਧ ਸੰਗਤ ਜੀ ਅਗਲੀ ਪੌੜੀ ਦੇ ਵਿੱਚ 5ਵੀਂ ਪੌੜੀ ਦੇ ਵਿੱਚ ਇਹ ਜ਼ਿਕਰ ਆਇਆ ਹੈ, ਕਿਉਂਕਿ ਹੁਣ ਸਮਾਂ 5 ਮਿੰਟ ਹੀ ਰਹਿ ਗਿਆ, ਇਸ ਕਰਕੇ ਕੱਲ ਦੇ ਦੀਵਾਨ ਵਿੱਚ ਉਹ ਪੌੜੀ ਵਿਚਾਰੀ ਜਾਵੇਗੀ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂ। ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਵੀ ਪੁਰਖਾ ਖਡੂਰ ਚਲੇ ਜਾਓ। ਉਦੋਂ ਕੱਲਾ ਹੀ ਖਡੂਰ ਕਹਿੰਦੇ ਸੀ। ਫਿਰ ਜਦੋਂ ਗੁਰੂ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣ ਕੇ ਇੱਥੇ ਆਏ ਨਾ, ਫਿਰ ਸੰਗਤਾਂ ਭਾਵਨਾ ਦੇ ਨਾਲ, ਕਿਉਂਕਿ ਸਾਹਿਬ ਆ ਗਏ, ਮਾਲਕ ਆ ਗਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਤੇ ਖਡੂਰ ਨਗਰ ਖਡੂਰ ਸਾਹਿਬ ਬਣ ਗਿਆ। ਇੱਥੇ ਇੱਕ ਮਾਤਾ ਭਰਾਈ ਜੀ ਰਹਿੰਦੇ ਸਨ। ਮਾਤਾ ਭਰਾਈ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸੰਸਾਰੀ ਰਿਸ਼ਤੇ ਵਿੱਚੋਂ ਉਹ ਸਤਿਕਾਰਯੋਗ ਭੂਆ ਜੀ ਲੱਗਦੇ ਸਨ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਹਨਾਂ ਨੇ ਇੱਕ ਵਾਰੀ ਦਰਸ਼ਨ ਕੀਤੇ ਸੀ ਮਾਈ ਭਰਾਈ ਜੀ ਨੇ, ਤੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਆਪ ਜੀ ਵਾਸਤੇ ਇੱਕ ਨਵਾਂ ਪਲੰਘਾ ਤਿਆਰ ਕਰਕੇ ਘਰੇ ਰੱਖਿਆ।
माई भराई ने आख्या। ते मेरी भावना है आप जी घरे चरण पाओ ते उस पलंगे ते महाराज बैठो। आप जी वास्ते मैं नवा पलंगा तैयार किया ते उस माई भराई नूं धन श्री गुरु नानक देव साहब महाराज ने आख्या सी भी असीं उस पलंगे ते बैठांगे, पर हुण नहीं, समा आवेगा ते असीं उस पलंगे दे उत्ते लम्मा समा बैठांगे। ते गरीब नवाज ने फिर जदों धन श्री गुरु अंगद देव साहब जी नूं भेजिया ना गुरियाई दा तख्त दे के, आख्या भी साडा पलंगा है खडूर साहब दे विच माई भराई दे घरे, उत्थे जा करके तुसीं चौंकड़ा लाओ, उत्थे बैठो। असीं उन्हां नाल बचन कीता सी। फिर धन श्री गुरु अंगद देव साहब जी दे रूप दे विच श्री गुरु नानक देव साहब महाराज आप ही आ गए खडूर साहब दे विच, दूजे पातशाह दे रूप विच, क्योंकि जोत नहीं बदली, शरीर बदलिया। जोत नहीं बदली, काया पलटी है। जोत योहा जुगत साए सह काया फेर पलटी है। ते महाराज साहब जी गुरियाई दे मालक बन के जदों आए ना करतारपुर साहब तो खडूर साहब दे विच, ते सीधे माई भराई दे घर विच आए। अपने घरे नहीं गए, माई भराई दे घरे गए। खडूर साहब विच वो अस्थान भी सोभनीक है, संगतां ने दर्शन कीते होणगे। माई भराई जी का गुरुद्वारा साहब बहुत सुंदर सोभनीक है, और जिस वेले जाइए उस स्थान के भी दर्शन करने चाहिए हैं। जिवें महाराज साहब जी का स्थान जिसनों संगतां उस इलाके दी खड्डी साहब भी कह देंदियां, क्योंकि जुलाहे परिवार की उत्थे खड्डी हुंदी सी। और मुख स्थान है उस दरबार साहब का श्री अंगीठा साहब, नाल ही माला अखाड़ा साहब है, तपियाणा साहब स्थान है जिथे धन श्री गुरु अंगद देव साहब जी ने चौंकड़ा लाया सी। गरीब नवाज उदों गुरु नानक साहब महाराज भी इत्थे आए सन खडूर साहब दे विच। उन्हें आख्या सी पुरखा बैठ जा इत्थे रह पा, ते उदों महाराज साहब पहलां दी गाथा इतिहास विच आउंदी है कि उत्थे ही चौंकड़ा ला के बह गए सन जिथे तपियाणा साहब स्थान। फिर कुछ समय बाद महाराज साहब आए सी गुरु नानक साहब ते आके वेख्या कि साडा सेवक भाई लहणा उत्थे ही बैठा जिथे बिठा के गए। फिर उठाया सी आकर वो तपियाणा साहब स्थान जिथे महाराज ने तप किया। माई भराई दा जिथे घर सी उत्थे भी गुरुद्वारा साहब सोभनीक है खडूर साहब दे विच। आए महाराज साहब जी वैराग दे सहता, और गरीब नवाज सच्चे पातशाह जी जिस वेले इत्थे पहुंचे ते माई भराई दे नाल महाराज साहब जी ने आख्या भी असीं इत्थे जिहड़ा गुरु साहब जी वास्ते तुसीं पलंगा बनाया वो कित्थे। उन्हां दस्सिया भी आ कोठड़ी दे अंदर है। ते कहण लगे उत्थे सारी गलबात दसी कि ये जिस कोठड़ी च असीं हुण आसन लाउणा है तुसीं इहदा दरवाजा चिण दिओ बाहरों। उस पलंगे ते चौंकड़ा ला लिया ते माई भराई नूं कह दिता भी ये दरवाजा जिहड़ा है ना ये इट्टां ला के चिण दिओ। माई ने वह गारा बना करके इट्टां ला के आग्या मन के सत बचन कह के वह दरवाजा चिण दिता। साध संगत अंदर चौंकड़ा ला करके पलंगे ते बैठे रहे। तो इतिहास विच वचन है 6 महीने महाराज साहब जी ने गुरु अंगद साहब जी ने गुरता गद्दी दे मालक बन के माई भराई दे घर विच उस पलंगे ते चौंकड़ा ला छड्डिया। 6 महीने तक ना कुछ छकिया, ना प्रशादा छकिया, ना जल पीता। 6 महीने तक जोगियां लोगों का तो आप सुनते हैं ना भी वो इन्ना इन्ना चिर श्वास चढ़ा करके समाधि स्थित रहिंदे। कदी संतोख सर सरोवर दे विचों भी जदों महाराज पंजवें पातशाह पटियाई करवाउंदे सी ते एक मट निकलिया सी। मट नूं जदों खोलिया सी ते विचों संतोखा नाम दा जोगी निकलिया सी। उहनूं पुछिया, उहने आख्या मैं त्रेते युग दा बैठा होया श्वास चढ़ा करके। मेरे गुरु ने आख्या सी गुरु अर्जन देव साहब पंजवें पातशाह तेरी कल्याण करनगे। बाबा बुढ़ा सी सामने, बाबा बुढ़ा साहिब जी। उन्होंने पूछया भी ये किहड़ा समा है ते कौन इत्थे सेवा करवा रहे हैं। बाबा बुढ़ा साहब जी ने आख्या भी ये धन गुरु अर्जन देव साहब जी इत्थे सरोवर साहब की सेवा करवा रहे। ऐसे वो लोग भी होए। धन श्री गुरु अंगद देव साहब महाराज ने 6 महीने तक साध संगत जी अंदर चौंकड़ा लाया, नेत्र मुंदे अते गुरु नानक साहब जी के प्यार विच बैठे रहे। फिर संगतां नूं जदों उधर सचखंड बयाना कर गए धन श्री गुरु नानक देव साहब जी महाराज सणदे ही सचखंड बयाना किया। विच करतारपुरे जग राई श्री अंगद को दीन बढ़ाई, अपन कीन सचखंड भयाना जोत रूप बिब तन पलटाना
ਜਿਉ ਅਧਪਤ ਇੱਕ ਪੋਸ਼ਿਸ਼ ਤਜ ਕੈ, ਵੈਸਾ ਹੈ ਸਭਾ ਦੁਤੀਏ ਤਨ ਸਜ ਕੈ, ਤਿਉ ਖਡੂਰ ਮਹਿਆਨ ਬਿਰਾਜੇ, ਜਿਨ ਸਿਮਰਨ ਕਲ ਕਲਮਲ ਭਾਜੇ। ਹੁਣ ਮਹਾਰਾਜ ਦੇ ਸੱਚਖੰਡ ਪਿਆਨੇ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦੇ ਜੋ ਸੰਗਤਾਂ ਨੂੰ ਦਰਸ਼ਨ ਨਹੀਂ ਹੋਏ, ਕਿਉਂਕਿ ਗੁਰਿਆਈ ਦੇਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਕੁਝ ਸਮਾਂ ਬਾਅਦ ਸੱਚਖੰਡ ਪਿਆਨਾ ਕੀਤਾ। ਮਹਾਰਾਜ ਨੂੰ ਇੱਧਰ ਭੇਜ ਕੇ ਗੁਰੂ ਅੰਗਦ ਸਾਹਿਬ ਜੀ ਤੇ ਆਖਿਆ, ਪੁਰਖਾ ਹੁਣ ਤੁਸੀਂ ਖਡੂਰ ਸਾਹਿਬ ਰਹਿਣਾ, ਇੱਧਰ ਨਹੀਂ ਆਉਣਾ ਹੈ, ਕਰਤਾਰਪੁਰ ਸਾਹਿਬ ਨਹੀਂ ਆਉਣਾ। ਸੰਗਤਾਂ ਨੂੰ ਦਰਸ਼ਨ ਨਹੀਂ ਹੋ ਰਹੇ ਤੇ ਸੰਗਤਾਂ ਬੇਵੱਲ ਹੋਈਆਂ ਵੀ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਣ ਦੇ ਸੱਚਖੰਡ ਚਲੇ ਗਏ ਤੇ ਦੂਜੇ ਪਾਤਸ਼ਾਹ ਦੇ ਦਰਸ਼ਨ ਨਹੀਂ ਹੋ ਰਹੇ ਜਿਨ੍ਹਾਂ ਨੂੰ ਗੁਰਿਆਈ ਦਿੱਤੀ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀਆਂ ਕੀਤੀਆਂ ਸੰਗਤਾਂ ਨੇ ਕਰਤਾਰਪੁਰ ਸਾਹਿਬ। ਆਖਿਆ, ਬਾਬਾ ਜੀ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਹਾਨ ਬਖਸ਼ਿਸ਼ਾਂ ਕਰਕੇ ਨਵਾਜਿਆ ਹੋਇਆ, ਤੇ ਇੱਕ ਬਚਨ ਇਹ ਵੀ ਬਾਬਾ ਜੀ ਆਪ ਜੀ ਵਾਸਤੇ ਜਗਤ ਗੁਰੂ ਜੀ ਨੇ ਕੀਤਾ ਹੈ ਕਿ ਭਾਈ ਬੁੱਢਾ ਸਾਹਿਬ ਤੈਥੋਂ ਮੈਂ ਓਲੇ ਨਾ ਹੋਸਾਂ। ਜਨਮ ਸਾਖੀ 'ਚ ਬਚਨ ਆਏ ਆ, ਤੈਥੋਂ ਮੈਂ ਓਲੇ ਨਾ ਹੋਸਾਂ, ਕਿ ਬਾਬਾ ਬੁੱਢਾ ਸਾਹਿਬ ਮੈਂ ਜਿਹੜੇ ਰੂਪ ਵਿੱਚ ਹੋਵਾਂਗਾ, ਜਿੱਥੇ ਹੋਵਾਂਗਾ, ਤੇਰੇ ਤੋਂ ਓਲੇ ਨਹੀਂ ਹੋ ਸਕਦਾ। ਤੇਰੀਆਂ ਨਜ਼ਰਾਂ ਮੈਨੂੰ ਲੱਭ ਲੈਣਗੀਆਂ, ਤੇਰੀ ਨਿਗਾਹ ਮੈਨੂੰ ਵੇਖ ਲਵੇ। ਇਹ ਆਪ ਵਰਦਾਨ ਦਿੱਤਾ ਸੀ। ਆਖਿਆ ਸੀ ਬਾਬਾ ਜੀ ਹੁਣ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਸੰਗਤਾਂ ਨੂੰ ਲੈ ਕੇ ਖਡੂਰ ਸਾਹਿਬ ਆਏ। ਮਹਾਰਾਜ ਦੇ ਘਰੇ ਗਏ, ਘਰੇ ਤਾਂ ਹੈ ਨਹੀਂ ਸੀ ਗੁਰੂ ਸਾਹਿਬ। ਫਿਰ ਮਾਈ ਭਰਾਈ ਦੇ ਘਰੇ ਗਏ। ਮਾਈ ਭਰਾਈ ਨੂੰ ਇਹ ਬਚਨ ਕੀਤਾ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਇਹ ਕੋਠੀ ਦਾ ਦਰਵਾਜ਼ਾ ਲਿਪ ਦਿਓ ਤੇ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਵੀ ਇੱਥੇ ਅਸੀਂ ਬੈਠੇ ਹਾਂ, ਕਿਸੇ ਨੂੰ ਨਹੀਂ ਦੱਸਣਾ ਸਾਡੇ ਬਾਰੇ। ਆਪਣੀ ਮੌਜ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦੇ ਵਿੱਚ ਨਹੀਂ ਸੀ ਆਉਣਾ ਚਾਹੁੰਦੇ ਕਰਤਾਰਪੁਰ ਸਾਹਿਬ ਤੋਂ। ਮਹਾਰਾਜ ਨੇ ਆਗਿਆ ਕੀਤੀ ਸੀ, ਪੁਰਖਾ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇੰਨਾ ਪਿਆਰ। ਤੇ ਹੁਣ ਮਹਾਰਾਜ ਨੇ ਕਹਿ ਦਿੱਤਾ ਸੀ ਵੀ ਤੁਹਾਨੂੰ ਅਸੀਂ ਗੁਰਿਆਈ ਦੇ ਦਿੱਤੀ ਤੇ ਅਸੀਂ ਹੁਣ ਸੱਚਖੰਡ ਚਲੇ ਜਾਣਾ। ਤੇ ਉਹ ਵੈਰਾਗ ਸੀ, ਉਹ ਪਿਆਰ ਸੀ, ਨਹੀਂ ਸੀ ਵਿਛੜਨਾ ਚਾਹੁੰਦੇ। ਉਹ ਵਿਛੋੜੇ ਦੇ ਵਿੱਚ, ਉਹ ਪ੍ਰੇਮ ਦੇ ਵਿੱਚ ਆ ਕਰਕੇ ਅੰਦਰ ਚੌਂਕੜਾ ਲਾ ਕੇ ਬੈਠ ਗਏ ਤੇ ਮਾਈ ਭਰਾਈ ਤੋਂ ਦਰਵਾਜ਼ਾ ਚਨਵਾ ਦਿੱਤਾ ਤੇ ਕਹਿ ਦਿੱਤਾ ਸਾਡੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਵੀ ਅਸੀਂ ਇੱਥੇ ਹਾਂ। ਫਿਰ ਬਾਬਾ ਬੁੱਢਾ ਸਾਹਿਬ ਜੀ ਆਏ ਤੇ ਮਾਈ ਭਰਾਈ ਜੀ ਨੂੰ ਪੁੱਛਣ ਲੱਗੇ ਕਿ ਮਾਤਾ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਥੇ ਆਏ, ਜੇ ਤੁਸੀਂ ਉਹਨਾਂ ਬਾਰੇ ਜਾਣਦੇ ਹੋ ਤੇ ਸਾਨੂੰ ਦੱਸੋ। ਤੇ ਮਾਈ ਹੁਣ ਚੁੱਪ ਵਾ, ਨਾ ਝੂਠ ਬੋਲ ਨਹੀਂ ਸਕਦੇ ਕਿ ਨਹੀਂ ਇੱਥੇ ਆਏ। ਗੁਰੂ ਕੇ ਸਿੱਖ ਵਾ ਮਾਈ ਭਰਾਈ ਜੀ, ਤੇ ਦੱਸਣ ਵਾਸਤੇ ਉਹਨਾਂ ਨੂੰ ਮਨਾਈ ਆ ਗੁਰੂ ਅੰਗਦ ਸਾਹਿਬ ਜੀ ਦੀ ਵੀ ਤੁਸੀਂ ਦੱਸਣਾ ਨਹੀਂ। ਇਸ ਕਰਕੇ ਉਹ ਚੁੱਪ ਰਹੇ। ਉਹਨਾਂ ਨੇ ਨਾ ਹਾਂ ਤੇ ਨਾ ਨਾ ਕੁਝ ਵੀ ਨਹੀਂ ਬਚਨ ਕੀਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਉਹ ਆਪ ਹੀ ਸਭ ਕੁਝ ਜਾਣਦੇ ਤਾਂ ਸਨ, ਬ੍ਰਹਮ ਗਿਆਨੀ, ਤੇ ਬ੍ਰਹਮ ਗਿਆਨੀ ਨੂੰ ਅੰਤਰਜਾਮਤਾ ਹੁੰਦੀ ਹੈ। ਉਹਨਾਂ ਨੇ ਇੱਧਰ ਉੱਧਰ ਵਿਚਰਨਾ ਕੀਤਾ ਘਰ ਵਿੱਚ। ਉਹ ਸਮਝ ਗਏ ਵੀ ਮਾਈ ਨੂੰ ਆਗਿਆ ਵਾ ਗੁਰੂ ਸਾਹਿਬ ਦੀ ਵੀ ਨਹੀਂ ਦੱਸਣਾ ਸਾਡੇ ਬਾਰੇ। ਫਿਰ ਵੇਖਿਆ ਤੇ ਉਹ ਕੋਠੜੀ ਵੇਖੀ ਵੀ ਇਹਦਾ ਦਰਵਾਜ਼ਾ ਤੇ ਆਹ ਵਾ ਤੇ ਦਰਵਾਜ਼ਾ ਵੀ ਚਿਣਿਆ ਪਿਆ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਦਰਵਾਜ਼ੇ ਦੀਆਂ ਇੱਟਾਂ ਆਪ ਲਾਈਆਂ, ਨਾਲ ਸਿੱਖਾਂ ਨੂੰ ਲੈ ਕੇ ਦਰਵਾਜ਼ਾ ਇਹਨੂੰ ਖੋਲ੍ਹਿਆ ਤੇ ਅੰਦਰ ਵੇਖਿਆ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਪਲੰਘੇ ਤੇ ਚੌਂਕੜਾ ਲੱਗਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਬਾਕੀ ਸੰਗਤਾਂ ਨੇ ਨਮਸਕਾਰ ਕੀਤੀ। ਬਾਬਾ ਜੀ ਨੇ ਬਾਹਰ ਫਿਰ ਚੰਦੋਆ ਲਵਾਇਆ, ਆਸਨ ਲਵਾਇਆ, ਤਖਤ ਸਜਾਇਆ ਤੇ ਬਾਹਰ ਫਿਰ ਸੋਹਣੀ ਵਿਛਾਈ ਕਰਕੇ ਤੇ ਨਾਲ ਕੀਰਤਨੀਆਂ ਨੂੰ ਆਖਿਆ ਤੁਸੀਂ ਕੀਰਤਨ ਆਰੰਭ ਕਰੋ। ਕੀਰਤਨ ਆਰੰਭ ਹੋਇਆ। ਗੁਰੂ ਅੰਗਦ ਸਾਹਿਬ ਜੀ ਦੇ ਸਰਵਣਾ ਵਿੱਚ ਕੀਰਤਨ ਦੀ ਆਵਾਜ਼ ਪਈ। ਜਦੋਂ ਮਹਾਰਾਜ ਨੇ ਨੇਤਰ ਖੋਲ੍ਹੇ ਆ ਤੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖਲੋਤੇ ਤੇ ਬੇਨਤੀ ਕੀਤੀ ਵੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ, ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ, ਸੰਗਤਾਂ ਨੂੰ ਨਿਹਾਲ ਕਰਨ ਵਾਸਤੇ, ਸੰਗਤਾਂ ਦੀ ਕਲਿਆਣ ਕਰਨ ਵਾਸਤੇ। ਤੇ ਤੁਸੀਂ ਮਹਾਰਾਜ ਅੰਦਰ ਇੱਥੇ ਚੌਂਕੜਾ ਲਾ ਕੇ ਬੈਠੇ ਹੋ, ਕਿਰਪਾ ਕਰੋ ਬਾਹਰ ਸੰਗਤਾਂ ਦਰਸ਼ਨ ਚਾਹੁੰਦੀਆਂ, ਆਪ ਜੀ ਦਰਸ਼ਨ ਦਿਓ। ਫਿਰ ਬਾਹਰ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਸਨ। ਪ੍ਰਗਟ ਹੋ ਕੇ ਸਭ ਤੋਂ ਪਹਿਲਾ ਬਚਨ ਉਚਾਰਨ ਕੀਤਾ ਸੀ ਦੂਜੇ ਪਾਤਸ਼ਾਹ ਨੇ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੇ ਪਾਸ਼ੇ ਜੀਵਣਾ। ਤੋ ਸਾਧ ਸੰਗਤ ਜੀ ਆਪਾਂ ਚੌਥੀ ਪੌੜੀ ਦੀ ਵਿਚਾਰੀ ਅੱਜ ਸਾਂਝੀ ਕੀਤੀ ਹੈ। ਪੰਜਵੀਂ ਪੌੜੀ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਅੱਗੇ ਹੋਵੇਗੀ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ
ਜਿਉ ਹੋਵੇ ਸਾਹਿਬ ਸਿਉ ਮੇਲ। ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ। ਜਾਂ ਸੁਧ ਹੋਸ ਤਾਂ ਲਹਿਣਾ ਟਿਕਿਓਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।